ਬਹੁਤ ਸਵਾਗਤ ਹੈ ਜੀ ਸਾਰਿਆਂ ਦਾ। ਮੈਂ ਹਾਂ ਸੁਰਿੰਦਰ ਡੱਲਾ ਔਰ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਮਨਪ੍ਰੀਤ ਰੰਧਾਵਾ ਜੀ। ਰੰਧਾਵਾ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਡੱਲਾ ਜੀ। ਰੰਧਾਵਾ ਜੀ, ਕਈ ਅਹਿਮ ਮੁੱਦੇ ਨੇ। ਇੱਕ ਤਾਂ ਕਮਲ ਨਹੀਂ ਖਿੜਿਆ ਜ਼ਿਮਨੀ ਚੋਣਾਂ 'ਚ। ਸੋ ਜ਼ਿਮਨੀ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਦੀ ਹਾਰ, ਕੀ ਇਹ ਵਿਰੋਧੀ ਧਿਰਾਂ ਦਾ ਤੁੱਕ ਹੈ ਜਾਂ ਸੱਚਮੁੱਚ ਭਾਰਤੀ ਜਨਤਾ ਪਾਰਟੀ ਜ਼ਿਮਨੀ ਚੋਣਾਂ 'ਚ ਫੇਲ ਹੋ ਗਈ? ਇਹਦੇ ਕਾਰਨ ਕੀ ਹੈ? ਪੋਲੀਟੀਕਲ ਆਪਰੇਸ਼ਨ ਇਹਦਾ ਤੁਸੀਂ ਕਰਨਾ ਹੈ। ਦੂਸਰਾ, ਭਗਵੰਤ ਮਾਨ ਹੋਣਾ ਨੇ ਇੱਕ ਮਜਬੂਰੀ ਜਤਾਤੀ, ਕਹਿੰਦੇ ਸਸਤੀ ਬਿਜਲੀ ਦੇ ਰਾਹ 'ਚ ਬਿਜਲੀ ਸਮਝੌਤੇ ਆ ਗਏ। ਤੇ ਕੀ ਆਮ ਆਦਮੀ ਪਾਰਟੀ ਆਪਣੇ ਬਿਜਲੀ ਸਮਝੌਤੇ ਰੱਦ ਕਰਨ ਦੇ ਵਾਅਦੇ ਤੋਂ ਪਿੱਛੇ ਮੁੜਨ ਲਈ ਮੈਦਾਨ ਤਿਆਰ ਕਰ ਰਹੀ ਹੈ? ਬਿਜਲੀ ਸਮਝੌਤੇ ਕੀ ਆਪ ਵੀ ਰੱਦ ਨਹੀਂ ਕਰੂਗੀ? ਨਾ ਕੈਪਟਨ ਅਮਰਿੰਦਰ ਨੇ ਰੱਦ ਕੀਤੇ, ਨਾ ਚਰਨਜੀਤ ਚੰਨੀ ਹੋਣਾ ਨੇ ਰੱਦ ਕੀਤੇ। ਕਾਂਗਰਸ ਨੇ ਤਾਂ ਵਿਧਾਨ ਸਭਾ ਦਾ ਸੈਸ਼ਨ ਵੀ ਬੁਲਾ ਲਿਆ ਸੀ, ਕਹਿੰਦੇ ਜੀ ਬਿਜਲੀ ਸਮਝੌਤੇ ਰੱਦ ਕਰਾਂਗੇ। ਆਮ ਆਦਮੀ ਪਾਰਟੀ ਨੇ ਦਰਜਨਾ ਮੈਮੋਰੰਡਮ ਦਿੱਤੇ 5-7 ਸਾਲਾਂ 'ਚ ਕਿ ਬਿਜਲੀ ਸਮਝੌਤੇ ਰੱਦ ਕਰੋ। ਸੁਖਬੀਰ ਬਾਦਲ ਨੂੰ ਦੱਬ ਕੇ ਨਿੰਦਿਆ ਗਿਆ ਬਿਜਲੀ ਸਮਝੌਤਿਆਂ ਲਈ। ਸੁਖਬੀਰ ਬਾਦਲ ਕਹਿੰਦਾ ਰਿਹਾ ਬਿਜਲੀ ਸਮਝੌਤੇ ਡਾਕਟਰ ਮਨਮੋਹਨ ਸਿੰਘ ਦੀ ਪਾਲਿਸੀ ਤੇ ਕੀਤੇ, ਨਹੀਂ ਮੰਨੇ ਆਪ ਵਾਲੇ, ਨਹੀਂ ਮੰਨੇ ਕਾਂਗਰਸ ਵਾਲੇ। ਸੁਖਬੀਰ ਵਿਹਲਾ ਕਰਤਾ ਸਿਆਸੀ ਤੌਰ ਤੇ। ਹੁਣ ਭਗਵੰਤ ਮਾਨ ਕਹਿੰਦੇ ਬਿਜਲੀ ਸਮਝੌਤੇ ਅੜਿੱਕਾ ਬਣ ਰਹੇ ਨੇ ਬਿਜਲੀ ਸਸਤੀ ਕਰਨ 'ਚ। ਮਤਲਬ ਪੰਜਾਬ 'ਚ ਬਿਜਲੀ ਪੂਰੇ ਦੇਸ਼ ਦੀ ਤਰ੍ਹਾਂ ਇੱਕ ਵਾਰੀ ਫੇਰ ਮਹਿੰਗੀ ਹੋ ਜਾਊਗੀ। ਇਹ ਬਹੁਤ ਵੱਡਾ ਮੁੱਦਾ ਹੈ। ਔਰ ਇੱਕ ਸਵਾਲ ਇਹ ਹੈ, ਦਿੱਲੀ 'ਚ ਇੱਕ ਵਾਰੀ ਫੇਰ ਬੜਾ ਸਾਡਾ ਪਵਿੱਤਰ ਦਿਨ ਸੀ। ਉਸ ਦਿਨ ਦਿੱਲੀ ਦੇ ਵਿੱਚ ਇੱਕ ਵਾਰੀ ਫੇਰ ਹਨੂਮਾਨ ਜਯੰਤੀ ਮੌਕੇ ਹਿੰਸਾ ਹੋਈ ਹੈ। ਹਿੰਸਾ ਦੀ ਕਿਸੇ ਵੀ ਡੈਮੋਕ੍ਰੇਸੀ 'ਚ ਥਾਂ ਨਹੀਂ ਹੁੰਦੀ। ਅਚਾਨਕ ਹਿੰਸਾ ਹੋਣਾ, ਔਰ ਉਹ ਵੀ ਜਦੋਂ ਚੋਣਾਂ ਦਾ ਵੇਲਾ ਨਹੀਂ ਹੈ, ਹਿੰਸਾ ਹੋਣਾ ਹੋਰ ਜ਼ਿਆਦਾ ਚਿੰਤਾ ਦਾ ਸਵਾਲ ਖੜਾ ਹੋ ਜਾਂਦਾ। ਇਹਦੇ ਤੇ ਵੀ ਜ਼ਰੂਰ ਮੈਂ ਤੁਹਾਡਾ ਪੱਖ ਲਊਂਗਾ। ਔਰ ਪਹਿਲਾ ਵਿਸ਼ਾ ਜਿਹੜਾ ਮੈਂ ਸ਼ੁਰੂ ਕਰੂੰਗਾ ਉਹ ਹੈ ਪ੍ਰਸ਼ਾਂਤ ਕਿਸ਼ੋਰ ਦਾ। ਕਹਿੰਦੇ ਹੁਣ ਕਾਂਗਰਸ 'ਚ ਰਾਹੁਲ ਗਾਂਧੀ, ਪ੍ਰਿੰਕਾ ਗਾਂਧੀ ਤਿਆਰ ਹੋ ਗਏ ਵੀ ਪ੍ਰਸ਼ਾਂਤ ਕਿਸ਼ੋਰ ਦੀ ਗੱਲ ਅਸੀਂ ਪਹਿਲਾਂ ਨਾਲੋਂ ਜ਼ਿਆਦਾ ਸੁਣਾਂਗੇ। ਕਈ ਤਾਂ ਇੱਥੋਂ ਤੱਕ ਕਹਿੰਦੇ ਨੇ ਵੀ ਪ੍ਰਸ਼ਾਂਤ ਕਿਸ਼ੋਰ ਨੂੰ ਸ਼ਾਮਲ ਹੀ ਕਰ ਲਓ। ਕੀ ਹੁਣ ਪ੍ਰਸ਼ਾਂਤ ਕਿਸ਼ੋਰ ਕਾਂਗਰਸ 'ਚ ਆਜੂ? ਕੁਝ ਸਮੇਂ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਕਹਿੰਦੇ ਸੀ ਵੀ ਬੀਜੇਪੀ ਨੂੰ ਹਰਾਉਣਾ ਹਜੇ ਔਖਾ ਹੈ, ਸਮਾਂ ਲੱਗੂਗਾ। ਤੇ ਫਿਰ ਇਹ ਬਿਆਨ ਦੇਣ ਵਾਲੇ ਪ੍ਰਸ਼ਾਂਤ ਕਿਸ਼ੋਰ ਹੁਣ ਕਾਂਗਰਸ 'ਚ ਕਿਉਂ ਆਉਣਗੇ? ਔਰ ਤੀਸਰਾ, ਇਹਦੇ ਨਾਲ ਹੀ ਜੁੜਿਆ ਸਵਾਲ, ਜੇ ਪ੍ਰਸ਼ਾਂਤ ਕਿਸ਼ੋਰ ਕਾਂਗਰਸ 'ਚ ਆਉਂਦੇ ਨੇ, ਕੀ ਰਾਹੁਲ, ਪ੍ਰਿੰਕਾ ਗਾਂਧੀ ਉਸ ਗਲਤੀ ਨੂੰ ਮੰਨ ਲੈਣਗੇ ਕਿ ਪ੍ਰਸ਼ਾਂਤ ਕਿਸ਼ੋਰ ਕਹਿੰਦਾ ਸੀ ਪੰਜਾਬ 'ਚ ਸਿੱਧੂ ਨੂੰ ਅੱਗੇ ਕਰ ਦਿਓ, ਕੈਪਟਨ ਅਮਰਿੰਦਰ ਨੂੰ ਵੀ ਕਿਹਾ, ਸਾਰਿਆਂ ਨੂੰ ਕਿਹਾ, ਤੇ ਕਾਂਗਰਸ ਨੇ ਗੱਲ ਨਹੀਂ ਮੰਨੀ? ਪ੍ਰਸ਼ਾਂਤ ਕਿਸ਼ੋਰ ਦੇ ਆਉਣ ਨਾਲ ਕੀ ਨਵਜੋਤ ਸਿੰਘ ਸਿੱਧੂ ਕਾਂਗਰਸ 'ਚ ਫੇਰ ਅੱਗੇ ਹੋ ਜਾਊਗਾ? ਇਸ ਸਵਾਲ ਤੋਂ ਮੈਂ ਚਾਹੁੰਦਾ ਕਿ ਤੁਸੀਂ ਆਪਣਾ ਐਨਾਲਿਸਿਸ ਸ਼ੁਰੂ ਕਰੋ। ਡੱਲਾ ਜੀ, ਸਭ ਤੋਂ ਪਹਿਲਾਂ ਤਾਂ ਪ੍ਰਸ਼ਾਂਤ ਕਿਸ਼ੋਰ ਹੈ ਕੌਣ? ਆਪਾਂ ਨੂੰ ਸਾਰਿਆਂ ਨੂੰ ਪਤਾ, ਪਹਿਲੀ ਵਾਰੀ ਅਸੀਂ ਇਹਨਾਂ ਦਾ ਨਾਂ ਸੁਣਦੇ ਹਾਂ ਸਨ 2014 ਦੇ ਵਿੱਚ। ਪ੍ਰਸ਼ਾਂਤ ਕਿਸ਼ੋਰ ਇੱਕ ਰਣਨੀਤੀਕਾਰ ਨੇ, ਇੱਕ ਪੋਲੀਟੀਕਲ ਸਟ੍ਰੈਟਜਿਸਟ ਨੇ। ਉਹਨਾਂ ਦਾ ਸਾਨੂੰ ਪਤਾ ਲੱਗਾ ਜਦੋਂ ਭਾਰਤੀ ਜਨਤਾ ਪਾਰਟੀ ਨੇ ਸਨ 2014 ਦੇ ਵਿੱਚ ਬਹੁਤ ਭਾਰੀ ਜਿੱਤ ਪ੍ਰਾਪਤ ਕੀਤੀ ਔਰ ਬਹੁਤ ਭਾਰੀ ਬਹੁਮਤ ਲੈ ਕੇ ਉਹਨਾਂ ਨੇ ਕਾਂਗਰਸ ਨੂੰ ਹਰਾ ਕੇ ਸਰਕਾਰ ਕੇਂਦਰ ਦੇ ਵਿੱਚ ਬਣਾਈ। ਉਸ ਟਾਈਮ ਸਾਨੂੰ ਬਾਅਦ ਦੇ ਵਿੱਚ ਪਤਾ ਲੱਗਾ ਕਿ ਇਸ ਸਾਰੀ ਰਣਨੀਤੀ ਪਿੱਛੇ ਪ੍ਰਸ਼ਾਂਤ ਕਿਸ਼ੋਰ ਦਾ ਹੱਥ ਸੀ। ਉਸ ਤੋਂ ਬਾਅਦ ਇਹਨਾਂ ਦਾ ਨਾਂ ਬਣਦਾ। ਔਰ ਡੱਲਾ ਜੀ, ਆਪਾਂ ਨੂੰ ਇਹ ਵੀ ਪਤਾ ਕਿ ਸਨ 2014 ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਬਹੁਤ ਸਾਰੀਆਂ ਪਾਰਟੀਆਂ ਨਾਲ ਜੁੜੇ ਆ। ਭਾਜਪਾ ਨਾਲ ਤਾਂ ਜੁੜੇ ਹੀ ਸੀ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ। ਉਸ ਤੋਂ ਬਾਅਦ ਚਾਹੇ DMK ਹੋਣ, ਜਨਤਾ ਦਲ ਯੂਨਾਈਟਿਡ ਹੋਵੇ, ਉਸ ਨਾਲ ਵੀ ਜੁੜੇ ਆ। ਆਮ ਆਦਮੀ ਪਾਰਟੀ ਨਾਲ ਵੀ ਜੁੜੇ ਆ, ਤ੍ਰਿਣਮੂਲ ਕਾਂਗਰਸ ਨਾਲ ਵੀ ਜੁੜੇ ਆ, ਤੇ ਕਾਂਗਰਸ ਪਾਰਟੀ ਨਾਲ ਸਾਰਿਆਂ ਨਾਲ ਜੁੜ ਕੇ ਇਹਨਾਂ ਨੇ ਲਗਭਗ ਸਾਰਿਆਂ ਦੀਆਂ ਸਰਕਾਰਾਂ ਬਣਾਈਆਂ। ਹਾਂ, ਇੱਕ ਵਾਰੀ ਕਾਂਗਰਸ ਦੀ ਜਦੋਂ ਹਾਰ ਹੋਈ ਹੈ ਸਨ 2017 ਦੇ ਵਿੱਚ, ਜਦੋਂ ਉਦੋਂ ਜੁੜੇ ਸੀ ਪ੍ਰਸ਼ਾਂਤ ਕਿਸ਼ੋਰ, ਉਦੋਂ ਕਾਂਗਰਸ ਉੱਥੇ ਕਿਸੇ ਤਰ੍ਹਾਂ ਦਾ ਵਧੀਆ ਪ੍ਰਦਰਸ਼ਨ ਨਹੀਂ ਸੀ ਕਰ ਪਾਈ। ਇਹ ਆਪਾਂ ਨੂੰ ਪਤਾ। ਉਹਨਾਂ ਦਾ ਕੱਦ ਬਤੌਰ ਸਟ੍ਰੈਟਜਿਸਟ ਵਧਿਆ। ਉਹਨਾਂ ਨੇ ਫਿਰ ਇੱਕ ਆਪਣੀ IPAC ਨਾਮ ਦੀ, ਜਿਹਨੂੰ ਕਿ ਅਸੀਂ ਇੰਡੀਅਨ ਪੋਲੀਟੀਕਲ ਐਕਸ਼ਨ ਕਮੇਟੀ ਕਹਿੰਦੇ ਹਾਂ, ਉਹ ਬਣਾ ਲਈ। ਇੱਕ ਸੰਸਥਾ ਜਾਂ ਆਰਗੇਨਾਈਜੇਸ਼ਨ ਜਿਹਨੂੰ ਕਹਾਂਗੇ, ਉਹ ਬਣਾ ਲਈ। ਉਸ ਦੇ ਨਾਲ ਉਹਨਾਂ ਨੇ ਸਾਰਿਆਂ ਨੂੰ ਸਟ੍ਰੈਟਜੀ ਦੇਣੀ ਸ਼ੁਰੂ ਕੀਤੀ। ਲੇਕਿਨ ਜਿਹੜਾ ਤੁਹਾਡਾ ਮੂਲ ਸਵਾਲ ਹੈ, ਮੈਂ ਉਸ ਤੇ ਆਉਣਾ ਅੱਜ ਡੱਲਾ ਜੀ। ਜਿਹੜੀ ਬੈਠਕ ਹੋਈ ਹੈ ਉਹਨਾਂ ਦੀ ਸੋਨੀਆ ਗਾਂਧੀ ਉਹਨਾਂ ਦੇ ਨਾਲ, 4 ਘੰਟੇ ਤੋਂ ਵੱਧ ਉਹਨਾਂ ਦੀ ਇਹ ਬੈਠਕ ਹੁੰਦੀ ਹੈ। 4 ਘੰਟੇ ਤੋਂ ਵੱਧ ਇਹ ਬੈਠਕ ਚੱਲਦੀ ਹੈ, ਜਿਹਦੇ ਵਿੱਚ ਉਹ ਪ੍ਰੈਜ਼ੈਂਟੇਸ਼ਨ ਦਿੰਦੇ ਆ। ਪ੍ਰੈਜ਼ੈਂਟੇਸ਼ਨ ਦੇ ਕੇ ਉਹ ਦੱਸਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਖਾਸ ਤੌਰ ਤੇ ਸਨ 2024 ਦੀਆਂ ਜਿਹੜੀਆਂ ਲੋਕ ਸਭਾ ਦੀਆਂ ਇਲੈਕਸ਼ਨਸ ਆ,
ਉਹਦੇ ਵਿੱਚ ਕਾਂਗਰਸ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਕਰ ਸਕਦੀ ਹੈ। ਮੈਂ ਥੋੜਾ ਜਿਹਾ ਇਹ ਵੀ ਦੱਸਦਾ ਕਿ ਉਸ ਬੈਠਕ 'ਚ ਹੈ ਕੌਣ ਕੌਣ ਸੀ। ਦੇਖੋ, ਰਾਹੁਲ ਗਾਂਧੀ ਸੀ, ਕੇਸੀ ਵੇਣੂਗੋਪਾਲ ਸੀ, ਮਲਿਕਾ ਅਰਜੁਨ ਖੜਗੇ ਸੀ, ਅੰਬਿਕਾ ਸੋਨੀ ਸੀ, ਇਸੇ ਤਰ੍ਹਾਂ ਦਿਗਵਿਜੇ ਸਿੰਘ ਸੀ, ਔਰ ਇਸ ਦੇ ਨਾਲ ਹੀ ਅਜੇ ਮਾਕਨ ਵੀ ਸੀ। ਇਹ ਸਾਰੇ ਜਿਹੜੇ ਸੀਗੇ ਸੀਨੀਅਰ ਲੀਡਰ ਉਹ ਉੱਥੇ ਮੌਜੂਦ ਸੀ। ਜਦੋਂ ਦਿੰਦੇ ਆ ਇਹ ਆਪਣੀ ਪ੍ਰੈਜੈਂਟੇਸ਼ਨ, ਪ੍ਰਸ਼ਾਂਤ ਕਿਸ਼ੋਰ ਇਹ ਦੱਸਦੇ ਆ ਕਾਂਗਰਸ ਪਾਰਟੀ ਨੂੰ ਕਿ 543 ਲੋਕ ਸਭਾ ਦੀਆਂ ਸੀਟਾਂ ਦੇ ਵਿੱਚੋਂ ਕੇਵਲ ਤੁਸੀਂ 370 ਸੀਟਾਂ ਤੇ ਫੋਕਸ ਕਰਨਾ, ਸਾਰੀਆਂ ਸੀਟਾਂ ਨਹੀਂ ਤੁਸੀਂ ਲੜਨੀਆਂ, ਬਾਕੀਆਂ ਦੇ ਨਾਲ ਤੁਸੀਂ ਸਮਝੌਤੇ ਕਰਨੇ ਆ, ਗੱਠਜੋੜ ਕਰਨੇ ਆ, ਅਲਾਈਅੰਸਿਸ ਕਰਨੇ ਆ, ਕੱਲੇ ਤੁਸੀਂ 370 ਸੀਟਾਂ ਜਿਹੜੀਆਂ ਉਹ ਲੜਨੀਆਂ। ਅੱਛਾ, ਫਿਰ ਉਹ ਅਗਲੀ ਗੱਲ ਕੀ ਕਹਿੰਦੇ ਆ, ਕਹਿੰਦੇ ਜਿਹੜੀ ਕੱਲੇ ਤੁਸੀਂ ਸੀਟਾਂ ਜਿਹੜੀਆਂ ਲੜਨੀਆਂ, ਕੱਲੇ ਚੋਣ ਲੜੋਗੇ, ਉਹ ਉੱਤਰ ਪ੍ਰਦੇਸ਼ ਦੇ ਵਿੱਚ ਲੜੋ, ਉਹ ਤੁਸੀਂ ਜਾ ਕੇ ਬਿਹਾਰ ਦੇ ਵਿੱਚ ਲੜੋ, ਤੇ ਜਾਂ ਤੁਸੀਂ ਉੜੀਸਾ ਦੇ ਵਿੱਚ ਲੜੋ। ਇਹਨਾਂ ਦੇ ਵਿੱਚ ਕਿਉਂਕਿ ਤੁਹਾਡੇ ਜਿਹੜੇ ਜਿਵੇਂ ਸੰਗਠਨ ਆ, ਜਿਹੜਾ ਤੁਹਾਡਾ ਜਿਹੜੀ ਆਰਗੇਨਾਈਜੇਸ਼ਨ ਆ, ਕਿਉਂਕਿ ਉਹਦਾ ਢਾਂਚਾ ਬੜਾ ਕਮਜ਼ੋਰ ਆ, ਉਹਨਾਂ ਢਾਂਚਿਆਂ ਨੂੰ ਮਜ਼ਬੂਤ ਕਰਨ ਲਈ ਤੁਹਾਨੂੰ ਉੱਥੇ ਇਕੱਲੇ ਲੜਨਾ ਚਾਹੀਦਾ। ਦੂਸਰਾ ਇੱਕ ਹੋਰ ਸੁਝਾਅ ਉਹਨਾਂ ਨੇ ਦਿੱਤਾ, ਜਿੱਥੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਗੱਠਜੋੜ ਕਰਨ ਦੀ ਲੋੜ ਆ, ਉਹ ਹੈ ਤਮਿਲਨਾਡੂ, ਵੈਸਟ ਬੰਗਾਲ, ਤੇ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਕਰਨਾਟਕਾ ਦੇ ਵਿੱਚ ਇਹ ਜਿਹੜੀਆਂ ਸਾਰੀਆਂ ਸਟੇਟਸ ਨੇ, ਇਹਨਾਂ ਦੇ ਵਿੱਚ ਤੁਹਾਨੂੰ ਗੱਠਜੋੜ ਕਰਨ ਦੀ ਲੋੜ ਆ। ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਕਹੀਆਂ। ਹੁਣ ਦੇਖੋ, ਮੈਂ ਥੋੜਾ ਪ੍ਰਸ਼ਾਂਤ ਕਿਸ਼ੋਰ ਹੋਣਾ ਬਾਰੇ ਇਹ ਵੀ ਦੱਸਦਾ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਸਾਰੀਆਂ ਪਾਰਟੀਆਂ ਦੇ ਨਾਲ ਰਹੇ ਸਨ। 2020 ਦੇ ਵਿੱਚ ਵੀ ਇਹਨਾਂ ਦੀ ਕਾਂਗਰਸ ਨਾਲ ਗੱਲ ਚੱਲੀ ਸੀ, ਪਰ ਉਹ ਗੱਲ ਡੱਲਾ ਜੀ ਬਣੀ ਨਹੀਂ ਸੀ। ਕਈ ਤਰ੍ਹਾਂ ਦੇ ਆਪਸ ਦੇ ਵਿੱਚ ਮਤਭੇਦ ਪੈਦਾ ਹੋ ਗਏ ਸੀ, ਔਰ ਉਸ ਤੋਂ ਬਾਅਦ ਜੇਡੀਯੂ ਨੇ, ਜਨਤਾ ਦਲ ਯੂਨਾਈਟਿਡ ਨਾਲ ਜੁੜੇ ਆ। ਉਹਨਾਂ ਨੇ ਵੀ ਜਨਵਰੀ ਸਨ 2020 ਦੇ ਵਿੱਚ ਇਹਨਾਂ ਨੇ, ਕਿਉਂਕਿ ਸਿਟੀਜ਼ਨ ਅਮੈਂਡਮੈਂਟ ਐਕਟ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਦੇ ਪ੍ਰਦਰਸ਼ਨ ਚੱਲ ਰਹੇ ਸੀ ਉਸਦੇ ਇਸ ਐਕਟ ਦੇ ਵਿਰੋਧ ਦੇ ਵਿੱਚ, ਤੇ ਪ੍ਰਸ਼ਾਂਤ ਕਿਸ਼ੋਰ ਨੇ ਇਹਨਾਂ ਐਕਟ ਦਾ ਜਿਹੜਾ ਵਿਰੋਧ ਕੀਤਾ ਸੀ, ਕਿਉਂਕਿ ਜੇਡੀਯੂ ਭਾਰਤੀ ਜਨਤਾ ਪਾਰਟੀ ਦੇ ਨਾਲ ਆ, ਇਸ ਕਰਕੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਇਹਦੀ ਬੈਕਗ੍ਰਾਉਂਡ ਆ। ਉਸ ਤੋਂ ਬਾਅਦ ਲਗਾਤਾਰ ਪ੍ਰਸ਼ਾਂਤ ਕਿਸ਼ੋਰ ਕਹਿ ਰਹੇ ਸੀ ਕਿ ਮੈਂ ਕੋਈ ਵੱਡੀ ਭੂਮਿਕਾ ਕਰੂੰਗਾ, ਪਰ ਗੱਲ ਬਣ ਨਹੀਂ ਸੀ ਰਹੀ। ਹੁਣ ਲੱਗਦਾ ਕਿ ਉਹਨਾਂ ਨੂੰ ਪਾਰਟੀ ਜੁਆਇਨ ਕਰਾਉਣ ਲੱਗਿਆ। ਇੱਕ ਗੱਲ ਮੈਂ ਹੋਰ ਕਹਿੰਦਾ, ਇਸ ਤੋਂ ਪਹਿਲਾਂ ਫੇਰ ਤੁਸੀਂ ਕੋਈ ਸਵਾਲ ਪੁੱਛਣਾ ਹੋਵੇ, ਤੁਹਾਨੂੰ ਯਾਦ ਆ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਜੁੜੇ ਸੀ ਸਨ 2017 ਦੇ ਵਿੱਚ, ਇਸੇ ਤਰ੍ਹਾਂ ਤ੍ਰਿਣਮੂਲ ਕਾਂਗਰਸ ਦੇ ਨਾਲ ਵੀ ਜੁੜੇ ਸੀਗੇ ਸਨ 2021 ਦੇ ਵਿੱਚ, ਜਦੋਂ ਚੋਣਾਂ ਹੋਈਆਂ ਨੇ ਵੈਸਟ ਬੰਗਾਲ ਦੇ ਵਿੱਚ। ਦੋਨਾਂ ਥਾਵਾਂ ਤੇ ਪ੍ਰਸ਼ਾਂਤ ਕਿਸ਼ੋਰ ਤੇ ਇਲਜ਼ਾਮ ਇਹ ਲਾਉਂਦੇ ਹੁੰਦੇ ਸੀ ਜਿਹੜੇ ਕਾਂਗਰਸ ਦੇ ਜਾਂ ਤ੍ਰਿਣਮੂਲ ਕਾਂਗਰਸ ਦੇ ਵਰਕਰ ਸੀ, ਕਿ ਪਾਵਰਫੁਲ ਬਹੁਤ ਹੋ ਗਿਆ, ਇਹ ਸਾਨੂੰ ਡਿਕਟੇਟ ਕਰਦੇ ਆ। ਔਰ ਬਹੁਤ ਸਾਰੇ ਜਿਹੜੇ ਉਮੀਦਵਾਰ ਸੀ, ਉਹਨਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਹੁੰਦੀਆਂ ਸੀ ਕਿ ਪ੍ਰਸ਼ਾਂਤ ਕਿਸ਼ੋਰ ਕੌਣ ਹੁੰਦੇ ਆ, ਇਹ ਤਾਂ ਇੱਕ ਪੋਲ ਸਟ੍ਰੈਟਜਿਸਟ ਆ, ਸਾਨੂੰ ਨਾ ਦੱਸਣ ਵੀ ਅਸੀਂ ਕੀ ਕਰਨਾ, ਸੀ ਆਪਣੇ ਆਪ ਜੋ ਕਰਨਾ ਕਰ ਲਾਂਗੇ। ਇਹਨਾਂ ਚੀਜ਼ਾਂ ਦਾ ਵਿਰੋਧ ਮੈਨੂੰ ਲੱਗਦਾ ਕਾਂਗਰਸ ਦੇ ਵਿੱਚ ਵੀ ਉੱਠੂਗਾ ਜੇ ਉਹਨਾਂ ਨੂੰ ਲੈ ਕੇ ਆਉਣਗੇ, ਕਿਉਂਕਿ ਉਹ ਸਟ੍ਰੈਟਜੀ ਤੈਅ ਕਰਨਗੇ। ਬਿਲਕੁਲ ਸਹੀ ਗੱਲ। ਹੁਣ ਇੱਕ ਅਗਲੀ ਗੱਲ, ਪਰ ਕਈ ਵਾਰੀ ਟਾਇਰ 'ਚ ਹਵਾ ਪਹਿਲਾਂ ਹੀ ਇੰਨੀ ਘੱਟ ਹੁੰਦੀ ਹੈ ਕਿ ਲੋੜ ਹਰ ਕੋਈ ਮੰਨਦਾ ਵੀ ਹਵਾ ਭਰਨ ਦੀ ਲੋੜ ਹੈ। ਸੋ ਉਹੀ ਸਥਿਤੀ ਕਾਂਗਰਸ ਦੀ ਹੈ। ਮੈਨੂੰ ਲੱਗਦਾ ਕਾਂਗਰਸ 'ਚ ਵਿਰੋਧ ਕਰਨ ਵਾਲੇ ਵੀ ਮੰਨਣ ਲੱਗ ਗਏ ਵੀ ਭਾਈ ਕੋਈ ਆ ਜਾਓ, ਮਾੜੀ ਜੀ ਕਾਂਗਰਸ ਚੱਕ ਦੋ, ਕਿਉਂਕਿ ਕਾਂਗਰਸ ਡੇਗੀ ਇੰਨੀ ਹੇਠਾਂ ਗਈ ਜੀ। ਇੱਕ ਗੱਲ ਮੈਂ ਹੋਰ ਕਹਿੰਦਾ ਡੱਲਾ ਜੀ, ਫਿਰ ਆਪਾਂ ਉਸ ਤੇ ਡਿਸਕਸ਼ਨ ਆਪਾਂ ਖੋਲਦੇ ਆ। ਮੈਨੂੰ ਯਾਦ ਆ ਅਕਸਰ ਨਵਜੋਤ ਸਿੰਘ ਸਿੱਧੂ ਉਹ ਕਹਿੰਦੇ ਆ ਕਿ ਪ੍ਰਸ਼ਾਂਤ ਕਿਸ਼ੋਰ ਨੇ ਮੈਨੂੰ ਘੱਟੋ ਘੱਟ 70 ਵਾਰੀ ਫੋਨ ਕੀਤਾ, 70 ਵਾਰੀ ਕੰਟੈਕਟ ਕੀਤਾ। ਉਹ ਫੋਨ ਰਾਹੀਂ ਕੀਤਾ, ਉਹ ਈਮੇਲ ਰਾਹੀਂ ਕੀਤਾ, ਉਹ ਕਿਸ ਤਰ੍ਹਾਂ ਕੀਤਾ ਉਹਨਾਂ ਨੂੰ ਵੱਧ ਪਤਾ ਹੋਣਾ। ਉਹ ਕਹਿੰਦੇ ਉਸ ਤੋਂ ਬਾਅਦ ਮੈਂ ਕਾਂਗਰਸ ਦਾ ਪੱਲਾ ਫੜਿਆ ਸੀ, ਨਹੀਂ ਤਾਂ ਮੈਂ ਆਉਣ ਲਈ ਰਾਜੀ ਨਹੀਂ ਸੀ। ਉਹ ਕਿਸ ਸੰਦਰਭ 'ਚ ਕਹਿ ਰਹੇ ਸੀ ਉਹ ਤੁਹਾਨੂੰ ਵੀ ਪਤਾ, ਕਿਉਂਕਿ ਕਾਂਗਰਸ ਜਦੋਂ ਆਉਂਦੇ ਆ ਤੇ ਕਾਂਗਰਸ ਨੇ ਉਹਨਾਂ ਦੇ ਕਿਸ ਤਰ੍ਹਾਂ ਹੱਥ ਬੰਨ੍ਹਤੇ ਜਾਂ ਉਹਨਾਂ ਨੂੰ ਖੁੱਲ੍ਹ ਕੇ ਕੰਮ ਕਰਨ ਨਹੀਂ ਦਿੱਤਾ। ਪਿਛਲੇ ਦਿਨਾਂ ਦੇ ਵਿੱਚ ਵੀ ਜਦੋਂ ਉਹਨਾਂ ਨੂੰ ਪ੍ਰਧਾਨਗੀ ਤੋਂ ਲਾਇਆ ਗਿਆ, ਉਸ ਵਕਤ ਵੀ ਉਹਨਾਂ ਨੇ ਗੱਲ ਦੁਹਰਾਈ ਸੀ। ਤੇ ਮੈਨੂੰ ਲੱਗਦਾ ਜੇ ਪ੍ਰਸ਼ਾਂਤ ਕਿਸ਼ੋਰ ਪਾਵਰਫੁਲ ਹੋ ਜਾਂਦੇ ਆ, ਉਹਨਾਂ ਨੂੰ ਲੈ ਕੇ ਆਂਦਾ ਜਾਂਦਾ, ਤੇ ਫੇਰ ਇੱਕ ਵਾਰੀ ਹੋ ਸਕਦਾ ਨਵਜੋਤ ਸਿੰਘ ਸਿੱਧੂ ਨੂੰ ਉਹ ਤਾਕਤਵਰ ਕਰਨ ਜਾਂ ਉਹ ਤਾਕਤ ਮਿਲੇ ਜਿਹੜੀ ਕਿ ਨਵਜੋਤ ਸਿੰਘ ਸਿੱਧੂ ਨੂੰ ਪਹਿਲਾਂ ਨਹੀਂ ਮਿਲੀ ਜਾਂ ਜਿਸ ਦੀ ਉਮੀਦ ਸੀ। ਜੀ ਡੱਲਾ ਜੀ। ਬਿਲਕੁਲ ਠੀਕ ਹੈ। ਸੋ ਕਿਉਂਕਿ ਸਭ ਤੋਂ ਵੱਧ ਜ਼ੋਰ ਉੱਤਰ ਭਾਰਤ ਦੇ ਵਿੱਚ ਕਾਂਗਰਸ ਲਈ ਲਾਉਣਾ ਪੈਣਾ, ਕਿਉਂਕਿ ਆਉਂਦੇ ਸਮੇਂ 'ਚ ਚੋਣਾਂ ਨੇ, ਹਰਿਆਣੇ 'ਚ ਵੀ ਚੋਣਾਂ ਨੇ, ਹਿਮਾਚਲ 'ਚ ਵੀ ਚੋਣਾਂ ਨੇ, 24 'ਚ ਤਾਂ ਚਲੋ ਪੂਰੇ ਮੁਲਕ ਦੇ ਵਿੱਚ ਚੋਣਾਂ ਨੇ। ਪ੍ਰਸ਼ਾਂਤ ਕਿਸ਼ੋਰ ਇੱਕ ਗੱਲ ਹੋਰ ਲਈ ਸਹਾਈ ਹੋ ਸਕਦਾ ਕਾਂਗਰਸ ਲਈ ਕਿ ਸਾਰੀਆਂ ਧਿਰਾਂ ਦੇ ਨਾਲ ਪ੍ਰਸ਼ਾਂਤ ਕਿਸ਼ੋਰ ਨੇ ਕੰਮ ਕੀਤਾ ਹੈ। ਕੋਈ ਤੀਜਾ ਮੋਰਚਾ ਅਗਰ ਮੁਲਕ 'ਚ ਬਣਾਉਣ ਦੀ ਲੋੜ ਪਈ ਤੇ ਕਾਂਗਰਸ ਨੂੰ ਮਜ਼ਬੂਤ ਸਥਿਤੀ 'ਚ ਪ੍ਰਸ਼ਾਂਤ ਕਿਸ਼ੋਰ ਬਣਾ ਸਕਦਾ, ਕਿਉਂਕਿ ਉਹ ਸਾਰਿਆਂ ਦਾ ਗੱਠਜੋੜ ਕਰਾ ਸਕਦਾ ਹੈ। ਸੋ ਸਾਂਝਾ ਲੀਡਰ ਬਣ ਕੇ ਪ੍ਰਸ਼ਾਂਤ ਕਿਸ਼ੋਰ ਵੀ ਉੱਭਰ ਸਕਦਾ ਹੈ। ਔਰ ਮੈਨੂੰ ਲੱਗਦਾ ਹੈ ਦੇਸ਼ ਦੀ ਅਗਰ ਕਾਂਗਰਸ ਜੁਆਇਨ ਕਰਦੇ ਨੇ ਪ੍ਰਸ਼ਾਂਤ ਕਿਸ਼ੋਰ,
ਤੇ ਆਉਂਦੇ ਸਮੇਂ 'ਚ ਕੌਮੀ ਚਿਹਰਿਆਂ ਦੇ ਤੌਰ ਤੇ ਇੱਕ ਪਾਸੇ ਅਰਵਿੰਦ ਕੇਜਰੀਵਾਲ ਹੈ, ਇੱਕ ਪਾਸੇ ਨਰਿੰਦਰ ਮੋਦੀ ਹੈ, ਤੇ ਪ੍ਰਸ਼ਾਂਤ ਕਿਸ਼ੋਰ ਵੀ ਕੌਮੀ ਚਿਹਰਿਆਂ ਦੀ ਸੂਚੀ 'ਚ ਆਪਣੀ ਥਾਂ ਬਣਾ ਸਕਦਾ ਹੈ, ਜੋ ਮੈਨੂੰ ਲੱਗਦਾ ਹੈ। ਰਾਹੁਲ ਗਾਂਧੀ ਜਾਂ ਪ੍ਰਿੰਕਾ ਗਾਂਧੀ ਦਾ ਮੈਨੂੰ ਹਾਲੇ ਐਡਾ ਭਰੋਸਾ ਨਹੀਂ, ਕਿਉਂਕਿ ਉਹ ਕਈ ਵਾਰੀ ਹਾਰ ਚੁੱਕੇ ਨੇ। ਪਰ ਪ੍ਰਸ਼ਾਂਤ ਕਿਸ਼ੋਰ, ਕਿਉਂਕਿ ਪ੍ਰਸ਼ਾਂਤ ਕਿਸ਼ੋਰ ਮੈਨੂੰ ਨਹੀਂ ਲੱਗਦਾ ਕਿ ਕਮਜ਼ੋਰ ਫੈਸਲੇ ਕਰਨ ਵਾਲਾ ਵਿਅਕਤਿਤਵ ਹੈ। ਪ੍ਰਸ਼ਾਂਤ ਕਿਸ਼ੋਰ ਫੈਸਲੇ ਚੰਗੇ ਕਰਦਾ ਹੈ। ਪੰਜਾਬ 'ਚ ਵੀ ਚੰਗੀ ਸਲਾਹ ਦੇ ਕੇ ਗਿਆ ਸੀ ਕੈਪਟਨ ਅਮਰਿੰਦਰ ਨੂੰ। ਰੰਧਾਵਾ ਜੀ, ਕੈਪਟਨ ਅਮਰਿੰਦਰ ਨੂੰ ਬਾਰ-ਬਾਰ ਪ੍ਰਸ਼ਾਂਤ ਕਿਸ਼ੋਰ ਕਹਿੰਦੇ ਸੀ ਕਿ ਸਿੱਧੂ ਨੂੰ ਬੁਲਾ ਲਓ, ਮੰਤਰੀ ਬਣਾ ਲਓ, ਡਿਪਟੀ ਮੁੱਖ ਮੰਤਰੀ ਬਣਾ ਲਓ। ਤਾਂ ਹੀ ਕੈਪਟਨ ਅਮਰਿੰਦਰ ਲੰਚ ਤੇ ਸੱਦੇ ਦਿੰਦਾ ਸੀ ਵੀ ਸਿੱਧੂ ਸਾਹਿਬ ਆ ਜਾਓ, ਲੰਚ ਕਰੀਏ। ਇੱਕ ਵਾਰੀ ਤਾਂ ਕਹਿੰਦੇ ਟਾਈਮ ਘੱਟ ਸੀ, ਗ੍ਰੀਨ ਟੀ ਪਿਲਾਈ ਫਿਰ ਸਿੱਧੂ ਨੂੰ ਕੈਪਟਨ ਅਮਰਿੰਦਰ ਨੇ। ਸੋ ਕੋਸ਼ਿਸ਼ ਕੀਤੀ, ਪਰ ਕੈਪਟਨ ਅਮਰਿੰਦਰ ਔਰ ਨਵਜੋਤ ਸਿੰਘ ਸਿੱਧੂ 'ਚ ਦੂਰੀ ਇੰਨੀ ਵੱਧ ਗਈ ਸੀ, ਮੈਨੂੰ ਲੱਗਦਾ ਉਹ ਦੂਰੀ ਮਿਟ ਵੀ ਸਕਦੀ ਸੀ, ਪਰ ਉਸ ਤੋਂ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਹੋਣੀ ਵੱਖ ਹੋ ਗਏ। ਕੈਪਟਨ ਅਮਰਿੰਦਰ ਨੇ ਅਸਤੀਫਾ ਦਿੱਤਾ ਸੀ, ਉਸ ਤੋਂ ਬਾਅਦ ਗੱਲ ਤੁਰੀ ਨਹੀਂ। ਚਲੋ ਅਗਲੇ ਵਿਸ਼ੇ ਤੇ ਬੜਾ ਮਹੱਤਵਪੂਰਨ ਵਿਸ਼ਾ ਹੈ ਰੰਧਾਵਾ ਜੀ। ਕਹਿੰਦੇ ਸਭ ਤੋਂ ਵੱਡੀ ਚੁਣੌਤੀ ਆ ਰਹੀ ਹੈ ਸਸਤੀ ਬਿਜਲੀ ਦੇ ਰਾਹ ਦੇ ਵਿੱਚ, ਕਿ ਬਿਜਲੀ ਦੇ ਸਮਝੌਤੇ। ਹੁਣ ਇਹ ਭਗਵੰਤ ਮਾਨ ਹੋਣੀ ਕੀ ਯੂ ਟਰਨ ਬਣਾ ਰਹੇ ਨੇ 300 ਯੂਨਿਟ ਮੁਫਤ ਬਿਜਲੀ ਦਾ ਐਲਾਨ ਕਰਕੇ, ਔਰ ਉਹਦੇ ਵਿੱਚ ਵੀ ਬਹੁਤ ਵੱਡੀ ਆਬਾਦੀ ਅਜਿਹੀ ਹੈ, ਜਨਰਲ ਕੈਟਾਗਰੀ, ਜਿਨ੍ਹਾਂ ਨੂੰ 600 ਯੂਨਿਟ ਟੱਪਦੇ ਹੀ ਸਾਰੇ ਦਾ ਬਿੱਲ ਦੇਣਾ ਪੈਣਾ ਹੈ। ਸੋ ਇਸ ਕਰਕੇ ਕੀ ਹੁਣ ਬਿਜਲੀ ਸਸਤੀ ਨਾ ਕਰਨੀ ਪਵੇ, ਕਿ ਉਹਦੇ ਲਈ ਗਰਾਊਂਡ ਤਿਆਰ ਹੋ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ? ਉਂਝ ਜਿਹੜਾ ਸੁਖਬੀਰ ਬਾਦਲ ਨੇ ਇਲਜ਼ਾਮ ਲਾਇਆ ਸੀ ਭਗਵੰਤ ਮਾਨ ਤੇ, ਮੈਨੂੰ ਲੱਗਦਾ ਉਹ ਬੈਕ ਫਾਇਰ ਕਰ ਗਿਆ। ਅਸਲ ਮੁੱਦਿਆਂ ਤੋਂ ਅਕਾਲੀ ਦਲ ਜਿਹੜੀ ਡਿਬੇਟ ਬਣਾ ਸਕਦਾ ਸੀ ਪੰਜਾਬ 'ਚ, ਸਿੱਖ ਭਾਈਚਾਰੇ 'ਚ ਪੰਥਕ ਮੁੱਦਿਆਂ ਦੀ ਡਿਬੇਟ ਬਣਾ ਸਕਦਾ ਸੀ ਪੰਜਾਬ 'ਚ ਅਕਾਲੀ ਦਲ, ਮੈਨੂੰ ਲੱਗਦਾ ਉਹ ਭਗਵੰਤ ਮਾਨ ਤੇ ਸ਼ਰਾਬ ਦੇ ਇਲਜ਼ਾਮ ਲਾ ਕੇ ਅਕਾਲੀ ਦਲ ਹੋਰ ਪਾਸੇ ਲੈ ਗਿਆ। ਕਿਉਂਕਿ ਬਲਦੇਵ ਸਿੰਘ ਜਿਹੜੇ ਬਰਨਾਲੇ ਵਾਲੇ ਐਸਜੀਪੀਸੀ ਮੈਂਬਰ, ਉਹ ਕਹਿੰਦੇ ਮੈਂ ਤਾਂ ਸਿਰੋਪਾ ਦਿੱਤਾ ਸੀ, ਕੋਈ ਬਦਬੂ ਨਹੀਂ ਆਈ, ਕੋਈ ਸ਼ਰਾਬ ਭਗਵੰਤ ਮਾਨ ਨੇ ਨਹੀਂ ਸੀ ਪੀਤੀ। ਚਲੋ ਉਹ ਤਾਂ ਗੱਲ ਹੁਣ ਇੱਕ ਪਾਸੇ ਲੱਗ ਗਈ। ਹੁਣ ਸਵਾਲ ਇਹ ਹੈ ਕਿ ਸਸਤੀ ਬਿਜਲੀ ਦੇ ਮਸਲੇ ਤੇ ਕੀ ਭਗਵੰਤ ਮਾਨ ਹੁਣ ਯੂ ਟਰਨ ਦੀ ਤਿਆਰੀ 'ਚ ਨੇ? ਦੇਖੋ, ਇੱਕ ਚੀਜ਼ ਤਾਂ ਬੜੀ ਕਲੀਅਰ ਆ ਗੱਲਾਂ ਜੀ, ਕਿ ਪੰਜਾਬ ਦੀ ਜਿਹੜੀ ਪ੍ਰੈਜ਼ੈਂਟ ਸਥਿਤੀ ਆ ਫ੍ਰੀ ਬਿਜਲੀ ਦੇਣ ਦੀ, ਮੁਫਤ ਬਿਜਲੀ ਦੇਣ ਦੀ, ਔਰ ਸਾਰੇ ਪੰਜਾਬ ਨੂੰ ਦੇਣ ਦੀ, ਜਾਂ ਹਰ ਭਾਈਚਾਰੇ ਨੂੰ, ਹਰ ਸੈਕਸ਼ਨ ਨੂੰ, ਹਰ ਸਮਾਜ ਦੇ ਇਸ ਤਬਕੇ ਨੂੰ, ਉਹ ਮੈਨੂੰ ਲੱਗਦਾ ਇੰਨਾ ਸੌਖਾ ਨਹੀਂ ਹੈ। ਇਸੇ ਕਰਕੇ ਜਿਹੜਾ ਇਹਦਾ ਵਕਫਾ ਤੁਸੀਂ ਦੇਖੋ, ਜਿਹੜੇ 1 ਜੁਲਾਈ ਤੱਕ ਦਾ ਰੱਖਿਆ ਗਿਆ, ਤਾਂ ਕਿ ਪੰਜਾਬ ਦੇ ਵਿੱਚ ਕਿਸੇ ਨਾ ਤਰ੍ਹਾਂ ਦੀ ਰੈਵਨਿਊ ਜਨਰੇਸ਼ਨ ਕੀਤੀ ਜਾ ਸਕੇ, ਮਾਲੀਆ ਵਧਾਇਆ ਜਾ ਸਕੇ, ਕਿਤੇ ਨਾ ਕਿਤੋਂ ਪੈਸੇ ਲੈ ਕੇ ਆਂਦੇ ਜਾ ਸਕਣ, ਕਿ ਆਪਣੀ ਪਹਿਲੀ ਗਾਰੰਟੀ ਪੂਰੀ ਕਰ ਸਕਣ। ਆਪਾਂ ਕੱਲ ਗੱਲ ਕੀਤੀ ਸੀ, ਤੁਹਾਨੂੰ ਪਤਾ ਹੋਣਾ ਡੱਲਾ ਜੀ, ਕਿ ਇਸ਼ਤਿਹਾਰ ਦਿੱਤੇ ਨੇ, ਇਸ਼ਤਿਹਾਰਾਂ ਦੇ ਵਿੱਚ ਤਮਾਮ ਤਰ੍ਹਾਂ ਦੀਆਂ ਗੱਲਾਂ ਲਿਖੀਆਂ ਨੇ ਕਿ ਅਸੀਂ ਇਹ ਕਰਤਾ, ਸਾਡੀਆਂ ਉਪਲਬਧੀਆਂ ਗਣਾਈਆਂ, 10 ਤਰ੍ਹਾਂ ਦੀਆਂ, 15 ਤਰ੍ਹਾਂ ਦੀਆਂ ਉਹਨਾਂ ਨੇ ਉਪਲਬਧੀਆਂ ਗਣਾਈਆਂ, ਪਰ ਜਿਹੜੀਆਂ ਕਿ ਜ਼ਮੀਨ ਤੇ ਹਜੇ ਤੱਕ ਲਾਗੂ ਨਹੀਂ ਸੀ, ਜਾਂ ਐਗਜ਼ੀਕਿਊਟ ਨਹੀਂ ਸੀ ਹੋਈਆਂ, ਜਾਂ ਇੰਪਲੀਮੈਂਟ ਨਹੀਂ ਸੀ ਹੋਈਆਂ। ਅੱਜ ਫੇਰ ਉਸੇ ਤਰ੍ਹਾਂ ਦੇ ਇਸ਼ਤਿਹਾਰ ਆਏ ਆ, ਬਾਰ-ਬਾਰ, ਯਾਨੀ ਕਿ ਲੋਕਾਂ ਦੇ ਮਨ 'ਚ ਪਾ ਰਹੇ ਆ ਕਿ ਅਸੀਂ ਇਹ ਸਾਰੀਆਂ ਚੀਜ਼ਾਂ ਲਾਗੂ ਕਰਦੀਆਂ। ਸੋ ਮੈਂ ਇਸ ਕਰਕੇ ਤੁਹਾਨੂੰ ਦੱਸ ਰਿਹਾ। ਅੱਛਾ, ਜਿਹੜੀ ਤੁਸੀਂ ਬਿਜਲੀ ਦੀ ਗੱਲ ਕੀਤੀ ਹੈ, ਦੇਖੋ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਸਭ ਤੋਂ ਪਹਿਲਾਂ ਤਾਂ ਜਿਸ ਤਰ੍ਹਾਂ ਭਗਵੰਤ ਮਾਨ ਹੋਣਾ ਨੇ ਕਿਹਾ ਕਿ ਬਿਜਲੀ ਸਮਝੌਤੇ, ਜਿਹਨੂੰ ਅਸੀਂ ਪਾਵਰ ਅਗਰੀਮੈਂਟਸ ਕਹਿੰਦੇ ਆ, ਉਹਨਾਂ ਨੂੰ ਰੱਦ ਕਰਨ 'ਚ ਜਾਂ ਉਹਨਾਂ ਨੂੰ ਖਾਰਿਜ ਕਰਨ ਦੇ ਵਿੱਚ ਬੜੀਆਂ ਅੜਚਣਾਂ ਆ ਰਹੀਆਂ ਨੇ, ਕਾਨੂੰਨੀ ਅੜਚਣਾਂ ਨੇ। ਇਸੇ ਤਰ੍ਹਾਂ ਉਹ ਕਹਿੰਦੇ ਜਿਹੜੀ ਕੋਲੇ ਦੇ ਰਿਜ਼ਰਵਸ ਆ, ਉਸ ਕਰਕੇ ਵੀ ਸਾਨੂੰ 24 ਘੰਟੇ ਜਿਹੜੀ ਬਿਜਲੀ ਦੇਣੀ ਉਹ ਔਖੀ ਹੋ ਰਹੀ ਆ, ਜਾਂ ਹੋਰ ਕਈ ਤਰ੍ਹਾਂ ਦੀਆਂ ਕਾਨੂੰਨੀ ਅੜਚਣਾਂ ਨੇ ਜਿਨ੍ਹਾਂ ਨੂੰ ਉਹਨਾਂ ਨੇ ਕਿਹਾ। ਦੇਖੋ, ਘੱਟੋ ਘੱਟ ਉਹਨਾਂ ਨੇ ਆਖਰਕਾਰ ਇਹ ਗੱਲ ਤਾਂ ਮੰਨੀ। ਬਾਹਰੋਂ ਜਿਹੜੀਆਂ ਚੀਜ਼ਾਂ ਕਈ ਵਾਰੀ ਲੱਗਦੀਆਂ ਹੁੰਦੀਆਂ ਨੇ ਬੜੀਆਂ ਸੌਖੀਆਂ ਸਰਕਾਰ ਲਈ, ਜਦੋਂ ਤੁਸੀਂ ਸਰਕਾਰ ਦਾ ਹਿੱਸਾ ਹੁੰਦੇ ਹੋ, ਸਰਕਾਰ ਦੇ ਅੰਦਰ ਹੁੰਦੇ ਹੋ, ਫਿਰ ਪਤਾ ਲੱਗਦਾ ਕਿ ਜਿਹੜੀ ਸਰਕਾਰ ਆ ਉਹ ਕਿੱਥੇ ਖੜੀ ਆ। ਅੱਜ ਉਹਨਾਂ ਨੇ ਇਹ ਦੱਸਤਾ ਕਿ ਇੰਨਾ ਸੌਖਾ ਨਹੀਂ ਹੋਏਗਾ। ਦੂਸਰੀ ਗੱਲ ਦੇਖੋ, ਸਮਝੌਤਾ ਜੀ, ਪਰ ਹੁਣ ਸੁਖਬੀਰ ਬਾਦਲ ਤੇ ਕਾਂਗਰਸ ਵਾਲੇ ਆਪ ਵਾਲਿਆਂ ਨੂੰ ਝੂਠਾ ਕਹਿਣਗੇ ਵੀ ਤੁਸੀਂ, ਜਦੋਂ ਅਸੀਂ ਸੱਤਾ 'ਚ ਸੀ, ਤੁਸੀਂ ਕਹਿੰਦੇ ਸੀ ਤੁਸੀਂ ਮਿਲੇ ਹੋਏ ਹੋ, ਸਮਝੌਤੇ ਨਹੀਂ ਰੱਦ ਕਰਦੇ, ਤੇ ਹੁਣ ਉਹ ਇਹੀ ਗੱਲ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਹਿਣਗੇ। ਬਿਲਕੁਲ। ਔਰ ਤੁਸੀਂ ਇੱਕ ਚੀਜ਼ ਦੇਖੋ, ਇਹ ਵਾਕਿਆ ਤੁਹਾਡੀ ਤੁਸੀਂ ਬੜੀ ਅਹਿਮ ਗੱਲ ਕੀਤੀ ਆ। ਆਮ ਤੌਰ ਤੇ ਕੀ ਹੁੰਦਾ ਕਿ ਜਿਹੜੀ ਵਿਰੋਧੀ ਪਾਰਟੀ ਹੁੰਦੀ ਹੈ, ਹਰਪਾਲ ਸਿੰਘ ਚੀਮਾ ਵਿਰੋਧੀ ਪਾਰਟੀ ਦੇ ਲੀਡਰ ਰਹੇ ਨੇ, ਐਲਓਪੀ ਰਹੇ ਨੇ, ਲੀਡਰ ਆਫ ਦੀ ਆਪੋਜੀਸ਼ਨ। ਲੀਡਰ ਆਫ ਦੀ ਆਪੋਜੀਸ਼ਨ ਇਹ ਕਹਿੰਦੀ ਹੁੰਦੀ ਸੀ ਕਿ ਸਾਡੀ ਗੱਲ ਨਹੀਂ ਸੁਣਦੇ। ਅੱਜ ਉਹ ਜਿਹੜੀ ਵੀ ਕੋਈ ਵਿਰੋਧੀ ਪਾਰਟੀ ਗੱਲ ਕਰਦੀ ਆ, ਚਾਹੇ ਉਹ ਸੁਖਪਾਲ ਸਿੰਘ ਖਹਿਰਾ ਕਰਨ, ਨਵਜੋਤ ਸਿੰਘ ਸਿੱਧੂ ਕਰਨ, ਰਾਜਾ ਵੜਿੰਗ ਕਰਨ, ਪ੍ਰਤਾਪ ਸਿੰਘ ਬਾਜਵਾ ਕਰਨ, ਜਾਂ ਸੁਖਬੀਰ ਸਿੰਘ ਬਾਦਲ, ਜਾਂ ਹੋਰ ਤਮਾਮ ਤਰ੍ਹਾਂ ਦੇ ਉਹਨਾਂ ਦੇ ਲੀਡਰ ਕਰਦੇ, ਉਹ ਕਹਿੰਦੇ ਇਹ ਤਾਂ ਵਿਰੋਧੀਆਂ ਨਾਲ ਤਾਂ ਬੋਲਣਾ ਹੀ ਹੁੰਦਾ। ਤੇ ਜਦੋਂ ਤੁਸੀਂ ਬੋਲਦੇ ਸੀ
ਤੁਸੀਂ ਕਹਿੰਦੇ ਸੀ ਕਿ ਸਾਨੂੰ ਸਾਡੀ ਸਾਰੀ ਗੱਲ ਸੀਰੀਅਸਲੀ ਲਓ, ਸਾਨੂੰ ਤੁਸੀਂ ਸੰਜੀਦਾ ਢੰਗ ਨਾਲ ਕਿਉਂ ਨਹੀਂ ਲੈਂਦੇ? ਔਰ ਤੁਸੀਂ ਕਹਿੰਦੇ ਸੀ ਸਾਨੂੰ ਕਿਉਂਕਿ ਤੁਸੀਂ ਸੰਜੀਦਾ ਢੰਗ ਨਾਲ ਨਹੀਂ ਲੈਂਦੇ, ਇਸ ਕਰਕੇ ਤੁਸੀਂ ਲੋਕਤੰਤਰ 'ਚ ਯਕੀਨ ਨਹੀਂ ਕਰਦੇ, ਤਦ ਤੁਸੀਂ ਡੈਮੋਕ੍ਰੇਸੀ ਦੀਆਂ ਦੁਹਾਈਆਂ ਦਿੰਦੇ ਸੀ। ਤੇ ਅੱਜ ਤੁਸੀਂ ਜਿਹੜੇ ਆਪੋਜੀਸ਼ਨ ਪਾਰਟੀ ਆ ਉਹਨਾਂ ਨੂੰ ਸੀਰੀਅਸਲੀ ਕਿਉਂ ਨਹੀਂ ਲੈਂਦੇ? ਇਹ ਚੀਜ਼ ਦਾ ਵੀ ਤਾਂ ਦੇਖੋ ਨਾ। ਸੋ ਇਸ ਕਰਕੇ ਤੁਹਾਡੀ ਗੱਲ ਬਿਲਕੁਲ ਠੀਕ ਆ। ਇਹ ਬਾਹਰ ਬੈਠ ਕੇ ਇਲਜ਼ਾਮ ਲਾਉਣੇ ਔਰ ਚੰਗੀ ਤਰ੍ਹਾਂ ਜਿਹੜਾ ਤੱਥ ਆ ਜਿਹੜੇ, ਦੇਖੋ ਬਹੁਤ ਸਾਰੀਆਂ ਗੱਲਾਂ ਸਾਡੇ ਰਾਜਨੀਤੀ ਦੇ ਵਿੱਚ, ਸਾਡੇ ਹਿੰਦੁਸਤਾਨ ਦੀ ਜਿਹੜੀ ਸਿਆਸਤ ਦੇ ਵਿੱਚ ਆ, ਉਹ ਅਸੀਂ ਬਹੁਤ ਸਾਰੇ ਜੇ ਸਿਆਸਤਦਾਨ ਇੱਕ ਦੂਸਰੇ ਤੇ ਦੋਸ਼ ਲਾਉਂਦੇ ਨੇ, ਕਈ ਵਾਰੀ ਉਹ ਦੋਸ਼ ਜੇ ਤੁਸੀਂ ਦੇਖੋ, ਵੈਸੇ ਤਾਂ ਸਾਡੀਆਂ ਅਦਾਲਤਾਂ ਕੋਲੇ ਟਾਈਮ ਹੀ ਨਹੀਂ ਇਹਨਾਂ ਗੱਲਾਂ ਦਾ, ਪਰ ਜੇ ਕਿ ਇਹ ਕਾਨੂੰਨੀ ਤੌਰ ਤੇ ਚੈਲੰਜ ਹੋ ਜਾਣ ਤੇ ਕੀ ਤੁਹਾਨੂੰ ਲੱਗਦਾ ਕਿ ਇਹ ਲੋਕ ਸਾਬਤ ਕਰ ਪਾਉਣਗੇ? ਹੁਣ ਤੁਸੀਂ ਇੱਕ ਗੱਲ ਕੀਤੀ ਸੀ ਸੁਖਬੀਰ ਸਿੰਘ ਬਾਦਲ ਹੋਣਾ ਦੀ, ਕਿ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੰਨਾ ਵੱਡਾ ਇਲਜ਼ਾਮ ਲਗਾਇਆ ਭਗਵੰਤ ਮਾਨ ਹੋਣਾ ਤੇ, ਕੀ ਕਦੇ ਉਹ ਸਾਬਤ ਕਰ ਪਾਉਣਗੇ? ਤੁਸੀਂ ਆਪ ਹੀ ਦੱਸਦਾ ਕਿ ਕਿਸ ਤਰ੍ਹਾਂ ਜਿਹੜੇ ਬਲਦੇਵ ਸਿੰਘ ਚੁੰਗਾ ਹੈਗੇ ਨੇ, ਬਰਨਾਲੇ ਤੋਂ ਐਸਜੀਪੀਸੀ ਦੇ ਮੈਂਬਰ ਆ, ਜਿਨ੍ਹਾਂ ਨੇ ਖੁਦ ਸਰੋਪਾ ਦੇ ਕੇ ਉਸ ਦਿਨ ਭਗਵੰਤ ਮਾਨ ਹੋਣਾ ਨੂੰ ਸਨਮਾਨਿਤ ਕੀਤਾ, ਔਰ ਉਹਨਾਂ ਦੇ ਨਾਲ ਹੋਰ ਬਹੁਤ ਸਾਰੇ ਵਿਅਕਤੀ ਸੀ। ਕਿ ਇਹ ਉਹਨਾਂ ਨੇ ਜਦੋਂ ਇਹ ਗੱਲ ਕਹਿਤੀ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ, ਔਰ ਉਸ ਤੋਂ ਬਾਅਦ ਆਪਾਂ ਨੂੰ ਇਹ ਵੀ ਪਤਾ ਕਿ ਉਹ ਚੀਫ ਜਸਟਿਸ ਆਫ ਇੰਡੀਆ ਐਨਵੀ ਰਮੰਨਾ ਨਾਲ ਵੀ ਰਹੇ ਆ। ਸੋ ਇਹ ਸਾਰੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਦੇਖਣਾ ਪੈਂਦਾ। ਹੁਣ ਜੇ ਤੁਸੀਂ ਹੁਣ ਜਿਹੜਾ ਸਮਾਂ ਹੈ ਨਾ ਜੀ ਸਿਆਸਤ ਦਾ, ਉਹ ਨੀਤੀਗਤ ਵਿਰੋਧ ਹੈ। ਅਸੀਂ ਜੀ ਵੀ ਭਗਵੰਤ ਮਾਨ ਦਾ ਨੀਤੀਗਤ ਵਿਰੋਧ ਜਿੱਥੇ ਜ਼ਰੂਰੀ ਹੈ ਕਰਾਂਗੇ, ਜਿੱਥੇ ਭਗਵੰਤ ਮਾਨ ਬੇਕਸੂਰ ਹੈ ਉੱਥੇ ਨਿੰਦਣਾ ਗਲਤ ਹੈ। ਸੋ ਜਿੱਥੇ ਨੀਤੀਗਤ ਵਿਰੋਧ ਜ਼ਰੂਰੀ ਹੈ ਉੱਥੇ ਵਿਰੋਧ, ਜਿੱਥੇ ਹੌਸਲਾ ਅਫਜ਼ਾਈ ਜ਼ਰੂਰੀ ਹੈ। ਦੇਖੋ ਕੋਸ਼ਿਸ਼ ਕੀਤੀ ਹੈ ਭਗਵੰਤ ਮਾਨ ਨੇ, ਕੋਸ਼ਿਸ਼ਾਂ ਕੀਤੀਆਂ ਨੇ ਭਗਵੰਤ ਮਾਨ ਨੇ, ਪਰ ਹਜੇ ਵੀ ਉਹ ਐਲਾਨਾਂ ਵਾਲੀ ਕੈਟਾਗਰੀ 'ਚ ਨੇ, ਹਜੇ ਫੈਸਲੇ ਇੰਪਲੀਮੈਂਟ ਹੋਣ ਵਾਲੀ ਕੈਟਾਗਰੀ 'ਚ ਨਹੀਂ ਆਏ। ਜੀ ਜੀ ਡੱਲਾ ਜੀ, ਮੈਂ ਤੁਹਾਨੂੰ ਇੱਕ ਉਦਾਹਰਨ ਦੇਣਾ ਚਾਹੁੰਦਾ। ਵਾਸ਼ਿੰਗਟਨ ਪੋਸਟ ਦੀ ਇੱਕ ਖਬਰ ਸੀ, ਉਹਨਾਂ ਨੇ ਡੋਨਲਡ ਟਰੰਪ ਜਿਹੜੇ ਅਮਰੀਕਾ ਦੇ ਪ੍ਰੈਜ਼ੀਡੈਂਟ ਸੀ, ਉਹਨਾਂ ਦਾ 4 ਸਾਲ ਤੱਕ ਪੂਰਾ ਹਿਸਾਬ ਕਿਤਾਬ ਰੱਖਿਆ ਕਿ ਇਹ ਕਿੰਨਾ ਕੁ ਝੂਠ ਬੋਲਦੇ ਆ। ਮੈਂ ਆਪਣੇ ਸਿਆਸਤਦਾਨਾਂ ਦੀ, ਮੈਨੂੰ ਲੱਗਦਾ ਸਾਡੇ ਮੀਡੀਆ ਨੂੰ ਵੀ ਇਸ ਤਰ੍ਹਾਂ ਦੀ ਐਕਸਰਸਾਈਜ਼ ਕਰਨੀ ਚਾਹੀਦੀ ਆ। ਤੇ ਉਹਨਾਂ ਨੇ ਪਤਾ ਕੀਤਾ ਕਿ 4 ਸਾਲਾਂ ਤੱਕ ਜਿੰਨੀ ਦੇਰ ਤੱਕ ਡੋਨਲਡ ਟਰੰਪ ਰਹੇ ਆ, ਉਹਨਾਂ ਨੇ 30,000 ਤੇ 573 ਵਾਰੀ ਝੂਠ ਬੋਲਿਆ। ਲਗਭਗ 20-21 ਝੂਠ ਉਹ ਰੋਜ਼ ਬੋਲਦੇ ਸੀ, ਤੇ ਤੁਸੀਂ ਔਸਤ ਕੱਢੋ ਜਾਂ ਤੁਸੀਂ ਐਵਰੇਜ ਕੱਢੋ। ਇਹ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਆ। ਮੇਰਾ ਕਹਿਣ ਦਾ ਮਤਲਬ ਆ ਕਿ ਸਾਡੇ ਜਿਹੜੇ ਸਿਆਸਤਦਾਨ ਨੇ, ਆਗੂ ਨੇ, ਵੱਖਰੀਆਂ ਵੱਖਰੀਆਂ ਪਾਰਟੀ ਦੇ ਨੇ, ਸਾਡੇ ਮੀਡੀਆ ਨੂੰ ਵੀ ਇਸ ਤਰ੍ਹਾਂ ਦੀ ਐਕਸਰਸਾਈਜ਼ ਜ਼ਰੂਰ ਕਰਨੀ ਚਾਹੀਦੀ ਆ, ਔਰ ਉਹਨਾਂ ਤੇ ਨਜ਼ਰ ਰੱਖਣੀ ਚਾਹੀਦੀ ਹੈ, ਟਰੈਕ ਉਹਨਾਂ ਦੇ ਰੱਖਣਾ ਚਾਹੀਦਾ, ਲਗਾਤਾਰ ਉਹਨਾਂ ਨੂੰ ਟਰੈਕ ਕਰਨਾ ਚਾਹੀਦਾ ਕਿੰਨਾ ਝੂਠ ਬੋਲਦੇ ਆ। ਪਰ ਮੈਨੂੰ ਲੱਗਦਾ ਕਿ ਮੀਡੀਆ ਦੇ ਵੱਸ ਦੀ ਗੱਲ ਨਹੀਂ, ਕੋਈ ਮਸ਼ੀਨ ਬਣਾਉਣੀ ਪਊਗੀ ਇੰਡੀਆ 'ਚ, ਤੇ ਜਿਹਦੀ ਕਪੈਸਿਟੀ ਅਨਲਿਮਿਟਿਡ ਝੂਠ ਫੜਨ ਦੀ ਹੋਵੇ, ਕਿਉਂਕਿ ਸਾਡੇ ਝੂਠ ਇੰਨੇ ਬੋਲੇ ਜਾ ਰਹੇ ਨੇ, ਮੈਨੂੰ ਲੱਗਦਾ ਫੈਕਟਰੀਆਂ ਲੱਗ ਜਾਣ ਜੇ ਝੂਠ ਵਿਕਦਾ ਹੋਵੇ ਤਾਂ। ਝੂਠ ਸਾਡੇ ਚੱਲਦਾ, ਵਿਕਦਾ ਨਹੀਂ। ਜੇ ਵਿਕਦਾ ਹੋਵੇ ਤਾਂ ਫੈਕਟਰੀਆਂ ਲੱਗ ਜਾਣ ਤੇ ਪੂਰੀ ਦੁਨੀਆ 'ਚ ਝੂਠ ਸਪਲਾਈ ਹੋਇਆ ਕਰੇ। ਦੇਖੋ, ਮੈਨੂੰ ਲੱਗਦਾ ਜੇ ਮੀਡੀਆ ਆਪਣੀ ਜਿਹੜੀ ਹਰ ਤਰ੍ਹਾਂ ਦੀ ਹਰ ਚੀਜ਼ ਨੂੰ ਛਾਣਬੀਣ ਕਰਕੇ, ਜਿਵੇਂ ਕੋਈ ਇਲਜ਼ਾਮ ਲਾਉਂਦਾ ਉਹਦੀ ਘੋਖ ਕਰਕੇ ਉਹਦੀ ਛਾਣਬੀਣ ਕਰਨ ਲੱਗਦੇ, ਤੇ ਆਪਣੇ ਆਪ ਪਤਾ ਲੱਗ ਜਾਂਦਾ ਕਿ ਕੌਣ ਕਿੱਥੇ ਖੜਾ। ਖੈਰ, ਬਿਜਲੀ ਤੇ ਵਾਪਸ ਆਉਣੇ ਆ। ਬਿਜਲੀ ਤੇ ਦੇਖੋ, ਇੱਕ ਚੀਜ਼ ਬੜੀ ਕਲੀਅਰ ਆ, ਇਸ ਟਾਈਮ ਲੋਕਾਂ ਦੇ ਬੜੇ ਖਦਸ਼ੇ ਨੇ, ਖਾਸ ਤੌਰ ਤੇ ਉਹਨਾਂ ਦੇ, ਡੱਲਾ ਜੀ, ਜਿਨ੍ਹਾਂ ਨੇ 300 ਯੂਨਿਟ ਤੋਂ ਵੱਧ ਜਿਨ੍ਹਾਂ ਦੀ ਖਪਤ ਆ, ਜਿਨ੍ਹਾਂ ਦੀ ਕੰਜ਼ੰਪਸ਼ਨ ਉਸ ਤੋਂ ਵੱਧ ਆ। ਹੁਣ ਚਾਹੇ 600 ਤੇ ਜਿਨ੍ਹਾਂ ਦੇ ਖਾਸ ਤੌਰ ਤੇ 에ਅਰ ਕੰਡੀਸ਼ਨਸ ਲੱਗੇ ਆ ਜਾਂ ਹੋਰ ਤਰ੍ਹਾਂ ਦੀਆਂ ਗੱਲਾਂ, ਉਹ ਕਹਿੰਦੇ ਵੀ ਅਸੀਂ ਤਾਂ ਇਸ ਤੋਂ ਪਹਿਲਾਂ ਹੀ ਬਾਹਰ ਹੋ ਗਏ। ਅੱਜ ਵੈਸੇ ਅਮਨ ਅਰੋੜਾ ਦੀ ਵੀ ਮੈਂ ਇੱਕ ਸਟੇਟਮੈਂਟ ਪੜ੍ਹ ਰਿਹਾ ਸੀ, ਉਹ ਕਹਿੰਦੇ ਜੀ 80% ਲੋਕਾਂ ਨੂੰ ਫਾਇਦਾ ਹੋਊਗਾ, 20% ਨੂੰ ਨਹੀਂ ਹੋਊਗਾ। ਉਹਨਾਂ ਦੀ ਕੁਛ ਹੱਦ ਤੱਕ ਗੱਲ ਠੀਕ ਆ, ਪਰ ਲੋਕ ਕਹਿ ਰਹੇ ਨੇ ਕਿ ਕੀ ਇਹ ਚੰਗਾ ਨਾ ਹੁੰਦਾ ਜੇ ਤੁਸੀਂ ਬਿਜਲੀ ਤੇ। ਪਰ ਮੈਨੂੰ ਨਹੀਂ ਲੱਗਦਾ ਕਿ 80% ਲੋਕਾਂ ਨੂੰ ਫਾਇਦਾ ਹੋਏਗਾ। ਇਹ ਮੇਰੀ ਗੱਲ ਸਮਝ ਤੋਂ ਬਾਹਰ ਹੈ। ਦੇਖੋ, ਪੋਲੀਟੀਕਲ ਬਿਆਨ ਹੋਰ ਨੇ ਰੰਧਾਵਾ ਜੀ, ਪੋਲੀਟੀਕਲ ਲੀਡਰਾਂ ਨੇ ਤਾਂ ਕਹਿਣਾ ਹੀ ਆ। ਦੇਖੋ, ਉਹ ਤਾਂ ਸਰਕਾਰ 'ਚ ਬੈਠੇ ਨੇ। ਅੱਜ ਇਹ ਗੱਲ ਕਹਿਣ ਅਮਨ ਅਰੋੜਾ ਜੀ ਵੀ ਭਾਈ ਤੁਹਾਨੂੰ ਮੰਤਰੀ ਕਿਉਂ ਨਹੀਂ ਬਣਾਇਆ, ਉਹਨਾਂ ਨੇ ਕਹਿਣਾ ਜੀ ਮੈਂ ਪਾਰਟੀ ਦੇ ਹਰ ਫੈਸਲੇ ਦੇ ਨਾਲ ਆ, ਕਿਉਂਕਿ ਵਕਤ ਬਦਲ ਗਿਆ ਜੀ। ਸੋ 80% ਲੋਕਾਂ ਨੂੰ ਫਾਇਦਾ ਹੋਊਗਾ, ਇਹ ਗੱਲ ਨਹੀਂ ਮੰਨੀ ਜਾ ਸਕਦੀ। ਜੀ ਜੀ। ਹੁਣ ਤੁਸੀਂ ਦੇਖੋ, ਇਸ ਦਾ ਜਿਹੜੀ ਆਲਰੇਡੀ ਸਬਸਿਡੀ ਚੱਲ ਰਹੀ ਹੈ, ਮੈਂ ਥੋੜਾ ਜਿਹਾ ਉਸ ਤੇ ਦੱਸਦਾ। ਜੇ ਇਹ ਸਬਸਿਡੀ ਜਿਹੜੀ ਦੇਣ ਜਾ ਰਹੇ ਆ, ਉਸ ਦਾ ਤਾਂ ਦੇਖੋ 2000 ਕਰੋੜ ਦਾ ਫਰਕ ਪੈਣਾ ਹੀ ਹੈ, ਵਾਧੂ ਬੋਝ ਪੈਣਾ ਹੀ ਆ। 22 ਲੱਖ ਫੈਮਲੀਜ਼ ਆ ਜਿਹੜੀਆਂ ਦਲਿਤ ਭਾਈਚਾਰੇ ਦੀਆਂ, ਉਹ ਪਹਿਲਾਂ ਹੀ ਇਸ ਦਾ ਲਾਭ ਉਠਾ ਰਹੇ, ਕਿਉਂਕਿ ਉਹਨਾਂ ਨੂੰ 200 ਯੂਨਿਟ ਮਿਲ ਰਹੇ ਆ। ਤੇ ਹੁਣ ਉਹਨਾਂ ਨੂੰ ਇਹ ਵੀ ਕਹਿ ਦਿੱਤਾ ਗਿਆ ਕਿ ਤੁਹਾਨੂੰ 300 ਯੂਨਿਟ ਵੀ ਮਿਲਣਗੇ, ਤੇ ਜੇ ਤੁਸੀਂ 300 ਯੂਨਿਟ ਤੋਂ ਵੱਧ ਵੀ ਕੰਜ਼ਿਊਮ ਕਰੋਗੇ ਜਾਂ ਖਪਤ ਕਰੋਗੇ, ਤੁਹਾਨੂੰ ਉਸ ਦਾ ਵਾਧੂ ਬਿੱਲ ਨਹੀਂ ਆਏਗਾ। ਇਸੇ ਤਰ੍ਹਾਂ ਤੁਹਾਨੂੰ ਆਪਾਂ ਯਾਦ ਕਰੋ, ਆਪਾਂ 3 ਰੁਪਏ ਦੀ ਵੀ ਗੱਲ ਕੀਤੀ ਸੀ, ਜਿਹੜੇ 3 ਰੁਪਏ ਚਰਨਜੀਤ ਸਿੰਘ ਚੰਨੀ ਹੁਣਾਂ ਦੀ ਸਰਕਾਰ ਨੇ ਛੱਡੇ ਸੀ ਪਰ ਯੂਨਿਟ।
ਉਸ ਦੀ ਅਲੱਗ ਆ, ਉਹਦਾ ਵੀ ਲਗਭਗ ਤੁਸੀਂ ਦੇਖੋ 2300 ਕਰੋੜ ਰੁਪਏ ਦਾ ਵਾਧੂ ਬੋਝ ਪੈ ਰਿਹਾ। 4000 ਕਰੋੜ ਦੀ ਤਾਂ ਇਹ ਸਬਸਿਡੀ ਹੈ, 6000 ਕਰੋੜ ਦੀ ਟੋਟਲ ਸਬਸਿਡੀ ਤਾਂ ਇਹ ਬਣ ਹੀ ਜਾਂਦੀ ਹੈ ਜੇ ਇਸ ਤਰ੍ਹਾਂ ਹੁੰਦਾ। ਪਰ ਨਾਲ ਦੀ ਨਾਲ ਉਹ ਲੋਕ ਵੀ ਪੁੱਛਦੇ ਆ ਕਿ ਜਦੋਂ ਤੁਸੀਂ ਇਹ ਐਲਾਨ ਕੀਤਾ ਸੀ, ਕੀ ਤੁਸੀਂ ਇਹ ਕੰਡੀਸ਼ਨ ਰੱਖੀ ਸੀ ਕਿ 300 ਤੋਂ ਵੱਧ ਜਿਹੜਾ ਕੰਜ਼ਿਊਮ ਕਰੂਗਾ? ਜੇ ਤੁਸੀਂ ਇਹ ਕੰਡੀਸ਼ਨ ਰੱਖਦੇ ਹੋ ਜਾਂ ਤੁਸੀਂ ਘੱਟੋ ਘੱਟ ਬਿਜਲੀ ਦੇ ਰੇਟ ਘੱਟ ਕਰਦੇ ਹੋ। ਅੱਛਾ, ਇੱਕ ਹੋਰ ਗੱਲ ਡੱਲਾ ਜੀ ਬੜੀ ਇੰਟਰਸਟਿੰਗ ਆ ਰਹੀ ਹੈ। ਉਹ ਕਹਿੰਦੇ ਤੁਸੀਂ ਬਿਜਲੀ ਮਾਫ ਕਰੀ ਜਾਂਦੇ ਹੋ, 300 ਯੂਨਿਟ ਦੇ ਦਾਂਗੇ ਅਸੀਂ, 200 ਦੇ ਦਾਂਗੇ। ਕੀ ਤੁਸੀਂ ਬਿਜਲੀ ਪੂਰੀ ਦੇ ਪਾ ਰਹੇ ਹੋ? ਤੁਸੀਂ ਤਾਂ ਬਿਜਲੀ ਨਹੀਂ ਦੇ ਪਾ ਰਹੇ। ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ, ਇਹਨਾਂ ਦਿਨਾਂ ਦੇ ਵਿੱਚ ਵੀ ਕੱਟ ਲੱਗਣੇ ਸ਼ੁਰੂ ਹੋ ਗਿਆ ਕਈ ਥਾਵਾਂ ਤੋਂ, ਕਈ ਜ਼ਿਲ੍ਹਿਆਂ 'ਚ ਸਾਨੂੰ ਰਿਪੋਰਟਸ ਆ ਰਹੀਆਂ ਨੇ। ਦੂਸਰਾ ਲੱਗ ਰਹੇ ਨੇ ਜੀ, ਬਹੁਤ ਲੰਮੇ ਕੱਟ ਲੱਗ ਰਹੇ ਨੇ। ਲੱਗ ਰਹੇ। ਅੱਛਾ, ਦੂਸਰਾ ਡੱਲਾ ਜੀ, ਆਉਣ ਵਾਲੇ ਦਿਨਾਂ ਦੇ ਵਿੱਚ ਝੋਨੇ ਦਾ ਜਦੋਂ 10 ਅਪ੍ਰੈਲ ਤੋਂ ਸੀਜ਼ਨ ਸ਼ੁਰੂ ਹੋ ਜਾਣਾ, ਉਹਨਾਂ ਨੂੰ 8 ਘੰਟੇ ਬਿਜਲੀ ਲਗਾਤਾਰ ਚਾਹੀਦੀ ਆ। ਕੀ ਉਸ ਤਰ੍ਹਾਂ ਦਾ ਕੋਈ ਪ੍ਰਬੰਧ ਹੈਗਾ? ਮੁਫਤ ਬਿਜਲੀ ਵੀ ਨਾ ਕਰੋ। ਬਹੁਤ ਸਾਰੇ ਲੋਕਾਂ ਦਾ ਇਹ ਵੀ ਮੰਨਣਾ ਕਿ ਤੁਸੀਂ ਬਿਜਲੀ ਦਿਓ, ਚਾਹੇ ਰੇਟ ਘੱਟ ਕਰ ਦਿਓ, ਲੋਕਾਂ ਨੂੰ ਰਾਹਤ ਮਿਲ ਜੇ, ਜਾਂ ਜਿਹੜਾ ਗਰੀਬ ਵਰਗ ਆ ਉਹਨਾਂ ਨੂੰ ਰਾਹਤ ਮਿਲ ਜੇ, ਪਰ ਬਿਜਲੀ ਤਾਂ ਘੱਟੋ ਘੱਟ ਮੁਹੱਈਆ ਕਰਾਓ ਨਾ। ਤੁਹਾਨੂੰ ਸੁਖਬੀਰ ਸਿੰਘ ਬਾਦਲ ਹੋਣਾ ਦੀ ਗੱਲ ਯਾਦ ਆਉਂਦੀ ਹੈ ਕਿ ਅਸੀਂ ਪੰਜਾਬ ਨੂੰ ਪਾਵਰ ਸਰਪਲਸ ਕਰਤਾ। ਉਹ ਪਾਵਰ ਸਰਪਲਸ ਸਾਡਾ ਪੰਜਾਬ ਪਿਛਲੇ 5 ਸਾਲ ਲਾ ਲਓ ਜਾਂ ਹੁਣ ਦੀ ਨਵੀਂ ਸਰਕਾਰ ਲਾ ਲਓ, ਇਹ ਪਿਛਲੇ 5-6 ਸਾਲਾਂ 'ਚ ਕੀ ਗੱਲ ਹੋ ਗਈ ਕਿ ਪਾਵਰ ਸਰਪਲਸ ਨਹੀਂ ਰਿਹਾ? ਇਹ ਚੀਜ਼ਾਂ ਤੇ ਵੀ ਗੌਰ ਕਰਨਾ ਬਣਦਾ। ਕਿਉਂ ਅਸੀਂ ਜਿਹੜੀ ਪਾਵਰ ਕੈਪੈਸਿਟੀ ਹੈ ਸਾਡੀ, ਜਿਹੜੀ ਉਸ ਨੂੰ ਵਧਾ ਕਿਉਂ ਨਹੀਂ ਸਕੇ? ਕਿਉਂ ਉੱਥੇ ਖੜੀ ਹੈ? ਕੰਜ਼ੰਪਸ਼ਨ ਸਾਡੀ ਵੱਧ ਰਹੀ ਹੈ। ਇਹ ਸਾਰੀਆਂ ਚੀਜ਼ਾਂ ਨੂੰ ਆਉਣ ਵਾਲੇ ਦਿਨਾਂ ਤੇ ਡੱਲਾ ਜੀ ਗੌਰ ਕਰਨਾ ਪਏਗਾ, ਤਾਂ ਹੀ ਅਸੀਂ ਕੋਈ ਪਾਲਿਸੀ ਲੈ ਕੇ ਆਵਾਂਗੇ। ਸਿਰਫ ਪੋਲੀਟੀਕਲ ਸਟੇਟਮੈਂਟ ਦੇਣ ਨਾਲ ਕਿ ਅਸੀਂ ਬਿਜਲੀ ਮਾਫ ਕਰਤੀ, ਅਸੀਂ ਉੱਥੇ ਇੰਨੀ ਮਾਫ ਕਰਦੀ, ਮੈਨੂੰ ਲੱਗਦਾ ਪੰਜਾਬ ਨਹੀਂ ਚੱਲਣਾ ਜੀ। ਡੱਲਾ ਜੀ, ਮੈਨੂੰ ਲੱਗਦਾ ਕਿ ਇਸ ਕਰਕੇ ਪੰਜਾਬ ਪਿਛਲੇ 5 ਸਾਲਾਂ 'ਚ ਬਿਜਲੀ ਦੇ ਮਾਮਲੇ 'ਚ ਪਛੜ ਗਿਆ, ਕਿਉਂਕਿ ਜੀ, ਪੰਜਾਬ ਦਾ ਮੁੱਖ ਮੰਤਰੀ ਪੌਣੇ 5 ਸਾਲ ਕੈਪਟਨ ਅਮਰਿੰਦਰ ਸਿੰਘ ਰਿਹਾ। ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਅਕਾਲੀ ਦਲ ਦੇ ਮੁਕਾਬਲੇ ਡਿਵੈਲਪਮੈਂਟ ਘਟੀ ਹੈ, ਔਰ ਜੀ, ਹੁਣ ਤੱਕ ਦੇ ਜਿਹੜੇ ਮੁੱਖ ਮੰਤਰੀ ਨੇ, ਜਿਹੜੇ ਮੈਂ ਪਿਛਲੇ 30-35 ਸਾਲਾਂ ਦੇ ਦੇਖੇ ਨੇ, ਸੁਖਬੀਰ ਬਾਦਲ ਦੇ ਰਾਜ 'ਚ ਡਿਵੈਲਪਮੈਂਟ ਹੋਈ ਹੈ। ਕੋਈ ਦੁਨੀਆ ਦਾ ਬੰਦਾ ਨਹੀਂ ਨਕਾਰ ਸਕਦਾ। ਪੰਜਾਬ 'ਚ ਇਨਫਰਾਸਟ੍ਰਕਚਰ ਬਣਿਆ, ਰੋਡਸ ਬਣੇ, ਬਿਜਲੀ ਦੇ ਪਲਾਂਟ ਬਣੇ ਨੇ, ਉਹ ਠੀਕ ਹੈ। ਸੁਖਬੀਰ ਬਾਦਲ ਦੇ ਰਾਜ 'ਚ ਕਰਪਸ਼ਨ ਵੀ ਹੋਈ ਹੈ, ਮਾਫੀਆ ਰੇਤੇ ਦਾ ਵੀ ਪੈਦਾ ਹੋਇਆ ਹੈ, ਮਾਫੀਆ ਬਿਜਲੀ ਦਾ ਵੀ ਪੈਦਾ ਹੋਇਆ, ਉਹ ਠੀਕ ਹੈ। ਅਗਰ ਜੀ, ਸੁਖਬੀਰ ਬਾਦਲ ਮਾਫੀਆ ਰੋਕ ਦਿੰਦਾ ਤੇ ਸੁਖਬੀਰ ਬਾਦਲ ਅੱਜ ਵੀ ਮੁੱਖ ਮੰਤਰੀ ਹੁੰਦਾ। ਪਰ ਡਿਵੈਲਪਮੈਂਟ ਸੁਖਬੀਰ ਬਾਦਲ ਨੇ ਕੀਤੀ, ਔਰ ਕੈਪਟਨ ਅਮਰਿੰਦਰ ਦੇ ਰਾਜ 'ਚ ਡਿਵੈਲਪਮੈਂਟ ਨਹੀਂ ਹੋਈ, ਸਿਰਫ ਮਾਫੀਆ ਰਾਜ ਰਿਹਾ। ਕੈਪਟਨ ਅਮਰਿੰਦਰ ਦੇ ਰਾਜ 'ਚ ਮਾਫੀਆ ਦੱਬ ਕੇ ਖੁਸ਼ਹਾਲੀ ਕੀਤੀ। ਕਈ ਮਾਫੀਆ ਦੀਆਂ ਗੱਡੀਆਂ ਏਡੇ ਟਾਇਰ ਹੁੰਦੇ ਸੀ, ਏਡੇ ਟਾਇਰ ਹੋ ਗਏ ਜੀ। ਟਰੈਕਟਰ ਜਿੱਡੇ ਚੌੜੇ ਟਾਇਰ ਕਾਰਾਂ ਤੇ ਲੱਗਣ ਲੱਗ ਗਏ ਮਾਫੀਆ ਦੇ। ਮੈਂ ਹੈਰਾਨ ਹੋ ਗਿਆ ਦੇਖ ਕੇ। ਸੋ ਕੈਪਟਨ ਅਮਰਿੰਦਰ ਦੇ ਰਾਜ 'ਚ ਮੈਨੂੰ ਲੱਗਦਾ ਹੈ ਪੌਣੇ 5 ਸਾਲ 'ਚ ਕਾਂਗਰਸ ਦੇ ਰਾਜ 'ਚ ਪੌਣੇ 5 ਸਾਲ 'ਚ ਸਭ ਤੋਂ ਪਿੱਛੇ ਗਿਆ ਪੰਜਾਬ। ਔਰ ਚਰਨਜੀਤ ਚੰਨੀ ਦੇ ਰਾਜ 'ਚ ਵੀ ਰੇਤੇ ਤੇ ਕਾਬੂ ਨਹੀਂ ਪਿਆ। ਪਰ ਇੱਕ ਗੱਲ ਮੈਨੂੰ ਚੰਗੀ ਲੱਗੀ ਭਗਵੰਤ ਮਾਨ ਦੇ ਰਾਜ 'ਚ, ਕਿ ਘੱਟੋ ਘੱਟ ਅਸੀਂ ਇਹ ਨਹੀਂ ਦੇਖਾਂਗੇ ਕਿ ਭਗਵੰਤ ਦੇ ਮੰਤਰੀ ਰੇਤਾ ਵੇਚੀ ਜਾਂਦੇ ਆ, ਫੈਕਟਰੀਆਂ ਲਾ ਲੀਆਂ, ਫਾਈਨਾਂਸ ਕੰਪਨੀਆਂ ਖੋਲ ਲੀਆਂ, ਮੰਡੀਆਂ ਦੇ ਟੈਂਡਰਾਂ 'ਚ ਪੈਸੇ ਖਾਣ ਲੱਗ ਗਏ। ਨਾ ਭਗਵੰਤ ਦੇ ਮੰਤਰੀ। ਇੱਕ ਗੱਲ ਜ਼ਰੂਰ ਹੈ ਕਿ ਕਰਪਸ਼ਨ ਫ੍ਰੀ ਇਨਵਾਇਰਨਮੈਂਟ ਤਾਂ ਭਗਵੰਤ ਮਾਨ ਦੇਣ 'ਚ ਕਾਮਯਾਬ ਹੋ ਗਏ। ਇਹ ਕਿੰਨੀ ਦੇਰ ਬਣਿਆ ਰਹੂਗਾ, ਇਹਦੇ ਤੇ ਡਿਵੈਲਪਮੈਂਟ ਔਰ ਇਹਦੇ ਤੇ ਪੰਜਾਬ ਦੀ ਤਰੱਕੀ ਹੁਣ ਨਿਰਭਰ ਕਰਦੀ ਹੈ। ਮੈਂ ਅਗਲੇ ਸਵਾਲ ਵੱਲ ਵਧੂੰਗਾ। ਕਹਿੰਦੇ ਕਮਲ ਖੇਡ ਨਹੀਂ ਸਕਿਆ, ਜ਼ਿਮਨੀ ਚੋਣਾਂ 'ਚ ਬੀਜੇਪੀ ਦਾ ਸਫਾਇਆ ਹੋ ਗਿਆ, ਪੰਜਾਬ 'ਚ ਤਾਂ ਝਟਕਾ ਲੱਗਿਆ ਸੀ, ਹੋਰ ਕਿੱਥੇ ਬੀਜੇਪੀ ਨੂੰ ਚੁਣੌਤੀ ਆ ਗਈ? ਦੇਖੋ ਡੱਲਾ ਜੀ, ਜਿਮਨੀ ਚੋਣਾਂ ਹੋਈਆਂ ਨੇ, ਇਹ ਇੱਕ ਲੋਕ ਸਭਾ ਦੀ ਸੀਟ ਤੇ 4 ਵਿਧਾਨ ਸਭਾ ਦੀ ਸੀਟਾਂ ਤੇ ਚੋਣਾਂ ਹੋਈਆਂ ਨੇ, ਤੇ ਰਿਜ਼ਲਟ ਮੈਂ ਤੁਹਾਨੂੰ ਜ਼ਰੂਰ ਦੱਸੂਗਾ ਕਿਉਂਕਿ ਬੜਾ ਇੰਟਰਸਟਿੰਗ ਆ। ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਦਾ ਕਿ ਜਿਹੜੇ ਫਿਲਮ ਸਟਾਰ ਸ਼ਤਰੂਘਨ ਸਿਨਹਾ, ਤੁਹਾਨੂੰ ਪਤਾ ਕਿ ਉਹਨੂੰ ਬਿਹਾਰ ਤੋਂ ਆਉਂਦੇ ਨੇ, ਬੜਾ ਲੋਕ ਉਹਨਾਂ ਨੂੰ ਪਿਆਰ ਕਰਦੇ ਆ। ਟਿਕਟ ਨਹੀਂ ਸੀ ਦਿੱਤੀ ਸ਼ਤਰੂਘਨ, ਬੀਜੇਪੀ, ਹਾਂਜੀ, ਟਿਕਟ ਨਹੀਂ ਸੀ ਦਿੱਤੀ ਬੀਜੇਪੀ ਨੇ। ਜੀ। ਸ਼ਤਰੂਘਨ ਸਿਨਹਾ ਪਹਿਲਾਂ ਭਾਜਪਾ 'ਚ ਰਹੇ ਆ, ਭਾਜਪਾ ਦੇ ਮੰਤਰੀ ਵੀ ਰਹੇ ਆ ਉਹ, ਆਪਾਂ ਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ। ਉਸ ਤੋਂ ਬਾਅਦ ਉਹ ਕਾਂਗਰਸ ਜੁਆਇਨ ਕਰ ਲੈਂਦੇ ਆ, ਤੇ ਪਿਛਲੇ ਦਿਨਾਂ ਦੇ ਵਿੱਚ ਉਹ ਤ੍ਰਿਣਮੂਲ ਕਾਂਗਰਸ ਦੇ ਵਿੱਚ ਚਲੇ ਗਏ ਸੀ। ਉਹਨਾਂ ਨੂੰ ਮਮਤਾ ਬੈਨਰਜੀ ਨੇ ਲੋਕ ਸਭਾ ਦੀ ਸੀਟ ਆਸਨਸੋਲ ਤੋਂ ਹਰਾਇਆ ਤੇ ਉੱਥੋਂ ਉਹ ਜਿੱਤ ਗਏ। ਇਹ ਪਹਿਲੀ ਵਾਰੀ ਤ੍ਰਿਣਮੂਲ ਕਾਂਗਰਸ ਨੇ ਇਹ ਸੀਟ ਆਸਨਸੋਲ ਦੀ ਜਿੱਤੀ ਹੈ। ਇਸ ਤੋਂ ਪਹਿਲਾਂ ਇਹਨਾਂ ਨੇ ਸੀਟ ਨਹੀਂ ਜਿੱਤੀ। ਅੱਛਾ, ਦੂਸਰਾ, ਉੱਥੇ ਇੱਕ ਵਿਧਾਨ ਸਭਾ ਬਾਲੀਗੰਜ ਦੀ ਵੀ ਜਿਹੜੀ ਚੋਣ ਸੀ, ਉਹਦੀ ਜਿਮਨੀ ਚੋਣ ਸੀ ਵਿਧਾਨ ਸਭਾ ਦੀ। ਉੱਥੇ ਬਾਬੁਲ ਸੁਪਰੀਓ, ਇਹ ਬਾਬੁਲ ਸੁਪਰੀਓ ਬਾਰੇ ਵੀ ਮੈਂ ਦੱਸਦਾ ਕਿ ਆਸਨਸੋਲ ਤੋਂ ਪਹਿਲਾਂ ਐਮਪੀ ਉਹੀ ਰਹੇ ਆ। ਉਹ ਭਾਜਪਾ ਦੇ ਵਿੱਚ ਮੰਤਰੀ ਵੀ ਸੀ, ਭਾਜਪਾ ਉਹਨਾਂ ਨੇ ਛੱਡਤੀ ਤੇ ਹੁਣ ਉਹ ਤ੍ਰਿਣਮੂਲ ਕਾਂਗਰਸ ਦੇ ਵਿੱਚ ਆ ਗਏ ਸੀ, ਤੇ ਹੁਣ ਉਹਨਾਂ ਨੂੰ ਇੱਥੋਂ ਬਾਲੀਗੰਜ ਤੋਂ ਵਿਧਾਇਕ ਬਣਾਇਆ। ਇਹ 2 ਸੀਟਾਂ ਤੇ ਇਹ ਹੋ ਗਈਆਂ। 2 ਸੀਟਾਂ ਕਾਂਗਰਸ ਨੇ ਜਿੱਤੀਆਂ, ਇੱਕ ਝਾਰਖੰਡ ਤੋਂ ਜਿੱਤੀ ਹੈ
ਤੇ ਇੱਕ ਉਹਨਾਂ ਨੇ ਮਹਾਰਾਸ਼ਟਰ ਤੋਂ ਜਿੱਤੀ ਆ। ਇਹ ਦੋਨੇ ਜਿਮਨੀ ਚੋਣਾਂ ਉਹਨਾਂ ਨੇ ਜਿੱਤੀਆਂ। ਤੇ ਮਤਲਬ ਪੰਜਵੀਂ ਝਾਰਖੰਡ ਤੇ ਮਹਾਰਾਸ਼ਟਰ 'ਚ ਆਮ ਆਦਮੀ ਪਾਰਟੀ ਨੂੰ ਉਮੀਦਾਂ ਬਣ ਗਈਆਂ ਵੀ ਭਾਈ ਇੱਥੇ ਕਾਂਗਰਸ ਸੀਟਾਂ ਜਿੱਤਦੀ ਹੈ, ਅਸੀਂ ਇੱਥੇ ਭਵਿੱਖ 'ਚ ਕਾਂਗਰਸ ਦੀ ਥਾਂ ਮੱਲਣੀ ਹੈ। ਜੀ, ਔਰ ਪੰਜਵੀਂ ਸੀਟ ਬਿਹਾਰ 'ਚ ਆਰਜੇਡੀ ਰਾਸ਼ਟਰੀ ਜਨਤਾ ਦਲ, ਜਿਹੜੀ ਲਾਲੂ ਪ੍ਰਸਾਦ ਯਾਦਵ ਜਾਂ ਤੇਜਸਵੀ ਯਾਦਵ ਹੋਣਾ ਦੀ ਪਾਰਟੀ ਹੈ, ਉਹ ਜਿੱਤੀ ਹੈ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਇਹਨਾਂ 5 ਸੀਟਾਂ ਉੱਤੇ ਕਮਲ ਨਹੀਂ ਖਿਲਿਆ। ਪਰ ਦੂਸਰਾ ਤੁਸੀਂ ਦੇਖੋ, ਤੁਹਾਨੂੰ ਯਾਦ ਹੋਣਾ ਜਿਹੜੀਆਂ 5 ਸੂਬਿਆਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਚੋਣਾਂ ਹੋਈਆਂ, ਜਿੱਥੇ ਭਾਰਤੀ ਜਨਤਾ ਪਾਰਟੀ 4 ਸੂਬੇ ਜਿੱਤੀ ਹੈ, ਵਾਪਸ ਆਈ ਆ, ਤੇ ਕਾਂਗਰਸ ਕੋਲੇ ਜਿਹੜਾ ਇੱਕ ਸੀਗਾ ਪੰਜਾਬ, ਉਹ ਵੀ ਗਵਾ ਲਿਆ। ਠੀਕ ਹੈ ਜੀ। ਸੋ ਇੱਥੇ ਤੁਸੀਂ ਦੇਖੋ ਕਿ ਉਸ ਤੋਂ ਪਹਿਲਾਂ 30 ਤੇ 31 ਜਗ੍ਹਾ ਤੇ ਜਿਮਨੀ ਚੋਣਾਂ ਹੋਈਆਂ ਸੀ ਤੇ ਕਾਂਗਰਸ ਨੇ ਬੜਾ ਵਧੀਆ ਪ੍ਰਦਰਸ਼ਨ ਉਦੋਂ ਵੀ ਕੀਤਾ ਸੀ। ਤੇ ਫਿਰ ਡੱਲਾ ਜੀ ਸਵਾਲ ਪੈਦਾ ਹੁੰਦਾ, ਜਿੱਦਾਂ ਮੈਂ ਤੁਹਾਡੇ ਨਾਲ ਗੈਰ ਰਸਮੀ ਤੌਰ ਤੇ ਗੱਲ ਵੀ ਕਰ ਰਿਹਾ ਸੀ, ਕਿ ਕੀ ਸਿਰਫ ਕਾਂਗਰਸ ਜਿਮਨੀ ਚੋਣਾਂ ਹੀ ਜਿੱਤੂਗੀ ਕਿ ਜਾਂ ਸੂਬੇ ਦੀ ਵੀ ਕੋਈ ਚੋਣ ਜਿੱਤੂਗੀ ਜਾਂ ਲੋਕ ਸਭਾ ਦੀ ਵੀ ਕੋਈ ਚੋਣ ਜਿੱਤੂਗੀ। ਹਾਲਾਂਕਿ ਹਿਮਾਚਲ 'ਚ ਤੁਹਾਨੂੰ ਯਾਦ ਹੋਣਾ ਬੜਾ ਵਧੀਆ ਪ੍ਰਦਰਸ਼ਨ ਕੀਤਾ ਸੀ ਉਹਨਾਂ ਜਿਮਨੀ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੇ। ਔਰ ਇਹ ਲੱਗ ਰਿਹਾ ਸੀ ਚਾਰ ਕਿ ਸੀਟਾਂ ਜਿਹੜੀਆਂ ਜਿੱਤੀਆਂ। ਹੁਣ ਚੋਣਾਂ, ਹਾਂਜੀ, ਜਿਹੜੀਆਂ ਹੁਣ ਚੋਣਾਂ ਆ ਰਹੀਆਂ ਨੇ ਦਸੰਬਰ ਦੇ ਵਿੱਚ ਹਿਮਾਚਲ ਪ੍ਰਦੇਸ਼ ਦੀਆਂ, ਕਾਂਗਰਸ ਉੱਥੇ ਸਰਕਾਰ ਬਣਾ ਲੂਗੀ, ਪਰ ਉੱਥੇ ਆਮ ਆਦਮੀ ਪਾਰਟੀ ਵੀ ਚਲੀ ਗਈ। ਹੁਣ ਇਸ ਟਾਈਮ ਬੜਾ ਇੱਕ ਤਰ੍ਹਾਂ ਦਾ ਕਨਫਿਊਜ਼ਨ ਪੈਦਾ ਹੋ ਗਿਆ ਕਿ ਕੀ ਉੱਥੇ ਜਿਹੜੀ ਆ ਉਹ ਕਾਂਗਰਸ ਉਸੇ ਤਰ੍ਹਾਂ ਦਾ ਆਪਣਾ ਪ੍ਰਦਰਸ਼ਨ ਕਰ ਪਾਊਗੀ, ਕਿਉਂਕਿ ਆਮ ਤੌਰ ਤੇ ਉੱਥੇ ਹਮੇਸ਼ਾ ਹੀ ਇਹ ਰਿਹਾ, ਜਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੁੰਦੀ ਸੀ ਤੇ ਜਾਂ ਕਾਂਗਰਸ ਦੀ ਸਰਕਾਰ ਉੱਥੇ ਰਹੀ ਹੈ। ਪਰ ਸੋ ਉੱਥੇ ਇਹਨਾਂ ਪਰ ਉੱਥੇ ਕਾਂਗਰਸ ਇੱਕ ਗੱਲ ਤੋਂ ਖੁਸ਼ ਹੋਣੀ ਹੈ ਕਿ ਹਿਮਾਚਲ ਪ੍ਰਦੇਸ਼ 'ਚ ਆਮ ਆਦਮੀ ਪਾਰਟੀ ਕੋਲੇ ਕੋਈ ਭਗਵੰਤ ਮਾਨ ਨਹੀਂ ਹੈ। ਜੀ ਪੰਜਾਬ 'ਚ ਦੇਖੋ ਭਗਵੰਤ ਮਾਨ ਲੜਦਾ ਰਿਹਾ ਹੈ, ਲੋਕ ਸਭਾ 'ਚ ਵੀ ਭਗਵੰਤ ਮਾਨ ਮੁੱਦੇ ਚੱਕਦਾ ਰਿਹਾ। ਸੋ ਪੰਜਾਬ 'ਚ ਅਗਰ ਆਮ ਆਦਮੀ ਪਾਰਟੀ ਜਿੱਤੀ ਹੈ ਤੇ ਦੋਨੇ ਵੱਟੇ ਬਰਾਬਰ ਦੇ ਸੀ, ਅਰਵਿੰਦ ਕੇਜਰੀਵਾਲ ਵੀ ਭਗਵੰਤ ਮਾਨ ਵੀ। ਸੋ ਜੀ ਜੇ ਤਾਂ ਹਿਮਾਚਲ 'ਚ ਭਗਵੰਤ ਮਾਨ ਜਿੱਡਾ ਚਿਹਰਾ ਆਮ ਆਦਮੀ ਪਾਰਟੀ ਨੂੰ ਮਿਲ ਗਿਆ, ਜੀ ਫਿਰ ਤਾਂ ਆਮ ਆਦਮੀ ਪਾਰਟੀ ਕੁਝ ਕਰ ਜੂ, ਪਰ ਨਹੀਂ ਤਾਂ ਔਖਾ ਹੈ, ਮੈਨੂੰ ਇਹ ਲੱਗਦਾ। ਬਿਲਕੁਲ ਬਿਲਕੁਲ ਤੁਹਾਡੀ ਗੱਲ ਠੀਕ ਹੈ। ਬੜਾ ਵੱਡਾ ਟੈਸਟ ਹੋਣ ਜਾ ਰਿਹਾ। ਈਵਨ ਕਿ ਤੁਸੀਂ ਦੇਖੋ ਗੁਜਰਾਤ ਦੇ ਵਿੱਚ ਵੀ ਚੋਣਾਂ ਹੋ ਰਹੀਆਂ। ਮੈਂ ਤੁਹਾਨੂੰ ਦੱਸਾਂ, ਪ੍ਰਸ਼ਾਂਤ ਕਿਸ਼ੋਰ ਨੇ ਉਸੇ ਮੀਟਿੰਗ ਦੇ ਜਿਸ ਦਾ ਮੈਂ ਜ਼ਿਕਰ ਕੀਤਾ, ਉਹਨਾਂ ਨੇ ਕਿਹਾ ਉੱਥੋਂ ਦੇ ਇੱਕ ਪਾਟੀਦਾਰ ਨੇਤਾ ਨੇ ਨਰੇਸ਼ ਪਟੇਲ, ਕਹਿੰਦੇ ਉਹਨਾਂ ਨੂੰ ਲੈ ਕੇ ਆਓ। ਹੁਣ ਦੇਖੋ, ਪਹਿਲਾਂ ਹਾਰਦਿਕ ਪਟੇਲ ਨੂੰ ਲੈ ਕੇ ਆਂਦਾ, ਤੇ ਹਾਰਦਿਕ ਪਟੇਲ ਬੜੇ ਯੰਗ ਨੇਤਾ ਸੀ। ਸੰਨ 2015 ਦੇ ਵਿੱਚ ਉਹਨਾਂ ਦਾ ਉਭਾਰ ਹੋਇਆ, ਸੰਨ 2019 ਦੇ ਵਿੱਚ ਉਹ ਕਾਂਗਰਸ ਦੇ ਨਾਲ ਜੁੜੇ, ਤੇ ਹੁਣ ਉਹਨਾਂ ਦਾ ਹਾਲ ਬੁਰਾ ਹੋਇਆ ਪਿਆ। ਲੱਗਦਾ ਕਿਸੇ ਟਾਈਮ ਵੀ ਪਾਰਟੀ ਛੱਡ ਸਕਦੇ ਆ। ਸੋ ਇਹ ਜਿਹੜਾ ਤੁਸੀਂ ਕਦੇ ਲੈ ਆਉਂਦਾ ਕਿਸੇ ਨੂੰ, ਪਹਿਲਾਂ ਲੈ ਆਉਂਦੇ ਹੋ, ਫਿਰ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜ਼ਿੰਮੇਵਾਰੀ ਨਹੀਂ ਦਿੰਦੇ, ਜਾਂ ਉਹਨਾਂ ਦੇ ਤੁਸੀਂ ਹੱਥ ਬੰਨ੍ਹ ਦਿੰਦੇ ਹੋ, ਪਰਫਾਰਮ ਨਹੀਂ ਕਰਨ ਦਿੰਦੇ, ਫੰਕਸ਼ਨ ਨਹੀਂ ਕਰਨ ਦਿੰਦੇ, ਕੰਮ ਨਹੀਂ ਕਰਨ ਦਿੰਦੇ। ਇਸੇ ਕਰਕੇ ਜਿਹੜੇ ਲੋਕ ਆ ਥੋੜੀ ਦੇਰ ਤੱਕ ਛੱਡ ਕੇ ਚਲੇ ਜਾਂਦੇ ਆ, ਫਰਸਟ੍ਰੇਟ ਹੋ ਜਾਂਦੇ ਆ। ਕਾਂਗਰਸ ਨੂੰ ਇਹਨਾਂ ਦਾ ਵੀ ਧਿਆਨ ਰੱਖਣਾ ਪਊਗਾ। ਪਿਛਲੀ ਵਾਰੀ ਕਾਂਗਰਸ ਨੇ ਵਧੀਆ ਪਰਫਾਰਮੈਂਸ ਕੀਤੀ ਸੀ ਸੰਨ 2017 ਚ, ਕੀ ਉਸ ਤਰ੍ਹਾਂ ਦੀ ਪਰਫਾਰਮੈਂਸ ਹੁਣ ਕਰ ਪਾਊਗੀ? ਇਹ ਬੜਾ ਵੱਡਾ ਸਵਾਲ ਆ, ਬੜੇ ਵੱਡੇ ਕੁਐਸਚਨ ਮਾਰਕ ਪੈਦਾ ਹੁੰਦੇ ਆ ਜੀ। ਬਿਲਕੁਲ ਬਿਲਕੁਲ, ਬਹੁਤ ਵੱਡਾ ਸਵਾਲ ਹੈ ਜੀ। ਕਈ ਵਾਰੀ ਆਨਲਾਈਨ ਸਮਾਨ ਜਦੋਂ ਲੈਨੇ ਆ ਨਾ, ਕਈ ਵਾਰੀ ਤੇ ਬਾਅਦ ਚ ਪਤਾ ਲੱਗਦਾ ਵੀ ਆਰਡਰ ਕੀ ਦਿੱਤਾ ਸੀ ਤੇ ਨਿਕਲਿਆ ਕੀ। ਤੇ ਕਈ ਜੀ ਜੀ ਵਾਰੀ ਪੋਲੀਟੀਕਲ ਪਾਰਟੀਆਂ ਆਨਲਾਈਨ ਲੀਡਰਾਂ ਦੀ ਸ਼ਮੂਲੀਅਤ ਕਰਾ ਲੈਂਦੀਆਂ ਵੀ ਜੀ ਉਹਨਾਂ ਜੀ ਦੀ ਪ੍ਰਸਿੱਧੀ ਬੜੀ ਹੁੰਦੀ ਆ, ਉਹਨਾਂ ਦੀ ਸ਼ਮੂਲੀਅਤ ਕਰਾ ਲੈਂਦੀਆਂ। ਤੇ ਕਈ ਵਾਰੀ ਲੀਡਰ ਚੰਗੇ ਆ ਜਾਂਦੇ ਨੇ, ਲੀਡਰ ਕਹਿੰਦੇ ਅਸੀਂ ਤਾਂ ਚੰਗਾ ਉਤਪਾਦਨ ਆ, ਪਰ ਸਾਨੂੰ ਪਾਰਟੀ ਚੰਗੀ ਨਹੀਂ ਮਿਲੀ। ਸੋ ਜਿਹੜੇ ਪਟੇਲ ਸਾਹਿਬ ਨੇ, ਉਹਨਾਂ ਨੂੰ ਦੁੱਖ ਇਸ ਗੱਲ ਦਾ ਹੋਊਗਾ ਵੀ ਕਾਂਗਰਸ ਉਨੀ ਸੰਗਠਿਤ ਨਹੀਂ ਰਹੇਗੀ, ਕਾਂਗਰਸ 'ਚ ਗੁੱਟਬਾਜ਼ੀ ਜ਼ਿਆਦਾ ਹੋਗੀ। ਔਰ ਜਿਹੜੇ ਕਾਂਗਰਸ ਦੇ ਉੱਥੋਂ ਦੇ ਪੁਰਾਣੇ ਲੀਡਰ ਨੇ, ਉਹ ਕਹਿੰਦੇ ਹੋਣੇ ਅਸੀਂ ਜ਼ਿੰਦਗੀਆਂ ਲਾਤੀਆਂ, ਤੇ ਹਾਰਦਿਕ ਪਟੇਲ ਜੀ ਥੋੜਾ ਸਮਾਂ ਪਹਿਲਾਂ ਆਏ ਤੇ ਇਹਨਾਂ ਨੂੰ ਪ੍ਰਧਾਨ ਲਾਤਾ। ਸੋ ਮੈਰਿਟ ਆਨਰ ਹੋਣੀ ਵੀ ਬਹੁਤ ਜ਼ਰੂਰੀ ਹੈ। ਕੋਈ ਵੀ ਖਿੱਤਾ ਹੋਵੇ, ਮੈਰਿਟ ਆਨਰ ਹੋਣੀ ਜ਼ਰੂਰੀ ਹੈ। ਔਰ ਥੋੜਾ ਸਮਾਂ ਅਗਰ ਕਿਸੇ ਨਵੇਂ ਲੀਡਰ ਨੂੰ ਪਾਰਟੀ 'ਚ ਲਿਆਇਆ ਜਾਂਦਾ ਹੈ, ਤੇ ਜੀ ਥੋੜਾ ਸਮਾਂ ਉਹਨੂੰ ਪਰਫਾਰਮੈਂਸ ਕਰਨ ਦੇਣੀ ਚਾਹੀਦੀ ਹੈ, ਤਾਂ ਕਿ ਉਹ ਆਪਣੇ ਆਪ ਨੂੰ ਸਾਬਤ ਵੀ ਕਰੇ। ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਮੈਂ ਆਖਰੀ ਸਵਾਲ ਤੇ ਵਧੂੰਗਾ। ਸ਼ੋਭਾ ਯਾਤਰਾ ਦੌਰਾਨ ਦਿੱਲੀ 'ਚ ਇੱਕ ਵਾਰੀ ਫੇਰ ਹਿੰਸਾ ਹੋਈ ਹੈ। ਪੋਲੀਟੀਕਲ ਤੌਰ ਦੇ ਉੱਤੇ ਕਾਫੀ ਜ਼ਿਆਦਾ ਬਿਆਨ ਆ ਰਹੇ ਨੇ। ਅਰਵਿੰਦ ਕੇਜਰੀਵਾਲ ਦੇ ਸੂਬੇ 'ਚ ਕਈ ਵਾਰੀ ਦਿੱਲੀ 'ਚ ਹਿੰਸਾ ਹੋਈ ਹੈ। ਇਹਦੇ ਪਿੱਛੇ ਕਾਰਨ ਕੀ ਹੈ? ਕੀ ਅਰਵਿੰਦ ਕੇਜਰੀਵਾਲ ਕੋਲੇ ਪੁਲਿਸ ਨਹੀਂ, ਇਸ ਕਰਕੇ ਹਿੰਸਾ ਹੋ ਜਾਂਦੀ? ਦੇਖੋ ਡੱਲਾ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਕਿ ਇਸ ਉੱਤੇ ਇੱਕ ਬੜਾ ਹੀ ਅਹਿਮ ਬਿਆਨ ਆਏ ਨੇ, ਸਟੇਟਮੈਂਟ ਦਿੱਤੀ ਆ। ਉਹਦੇ ਵਿੱਚ ਵੈਸਟ ਬੰਗਾਲ ਦੇ ਮੁੱਖ ਮੰਤਰੀ ਨੇ ਮਮਤਾ ਬੈਨਰਜੀ ਆ, ਉਹਦੇ ਵਿੱਚ ਸੋਨੀਆ ਗਾਂਧੀ ਆ, ਆਲ ਇੰਡੀਆ ਕਾਂਗਰਸ ਕਮੇਟੀ ਦੇ ਜਿਹੜੇ ਪ੍ਰਧਾਨ ਨੇ, ਉਹਨਾਂ ਦਾ ਬਿਆਨ ਆਉਣਾ, ਸ਼ਰਦ ਪਵਾਰ ਦਾ ਬਿਆਨ ਆਉਣਾ, ਇਸੇ ਤਰ੍ਹਾਂ MK ਸਟਾਲਿਨ ਜਿਹੜੇ ਤਮਿਲਨਾਡੂ ਦੇ ਮੁੱਖ ਮੰਤਰੀ ਆ, ਉਹਨਾਂ ਨੇ ਵੀ ਬਿਆਨ ਦਿੱਤਾ, ਤੇ ਹੇਮੰਤ ਸੋਰੇਨ ਜਿਹੜੇ ਝਾਰਖੰਡ ਦੇ ਮੁੱਖ ਮੰਤਰੀ ਆ। ਇਹ ਤਾਂ ਲੀਡਰ ਹੈ ਹੀ ਆ। ਨਾਲ ਦੀ ਨਾਲ
ਤੁਸੀਂ ਇਹ ਦੇਖੋ 13 ਵਿਰੋਧੀ ਪਾਰਟੀਆਂ ਨੇ ਇਸ ਉੱਤੇ ਬਿਆਨ ਦਿੱਤਾ। ਉਹ ਕਹਿੰਦੇ ਕਿ ਜਿਹੜੀ ਫਿਰਕੂ ਹਿੰਸਾ ਹੋਈ ਆ ਇਹ ਬੜੀ ਮੰਦਭਾਗੀ ਆ, ਇਸ ਨੂੰ ਇਮੀਡੀਏਟਲੀ ਰੋਕਣਾ ਚਾਹੀਦਾ। ਇੱਕ ਚੀਜ਼ ਉਹਨਾਂ ਨੇ ਹੋਰ ਕਹੀ ਆ, ਉਹ ਕਹਿੰਦੇ ਚਾਹੇ ਤੁਹਾਡਾ ਖਾਣ ਵਾਲਾ ਤੁਸੀਂ ਭੋਜਨ ਕਰਦੇ ਹੋ, ਤੁਸੀਂ ਪਹਿਨਦੇ ਹੋ ਕੱਪੜੇ ਕੀ ਪਹਿਨਦੇ ਹੋ, ਤੁਹਾਡਾ ਧਰਮ ਕੀ ਤੁਸੀਂ ਅਪਣਾਉਂਦੇ ਹੋ, ਤੁਹਾਡੇ ਤਿਉਹਾਰ ਕਿਸ ਤਰ੍ਹਾਂ ਤੁਸੀਂ ਮਨਾਉਂਦੇ ਹੋ, ਤੁਹਾਡੀ ਭਾਸ਼ਾ ਕੀ ਆ, ਇਸ ਗੱਲ ਤੇ ਵੰਡੀਆਂ ਨਹੀਂ ਪੈਣੀਆਂ ਚਾਹੀਦੀਆਂ, ਧਰੁਵੀਕਰਨ ਨਹੀਂ ਹੋਣਾ ਚਾਹੀਦਾ। ਬੜੀ ਉਹਨਾਂ ਨੇ ਗੱਲ ਕਹੀ ਹੈ, ਸਾਡਾ ਸੰਵਿਧਾਨ ਹੈ ਜਿਹੜਾ ਉਹ ਇਸ ਗੱਲ ਦੀ ਗੱਲ ਕਰਦਾ ਕਿ ਇਸ ਗੱਲ ਤੇ ਨਾ ਕਰੋ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇੱਕ ਫਿਰਕੂ ਹਿੰਸਾ ਦੀ, ਕਿਉਂਕਿ ਹਨੂੰਮਾਨ ਜਯੰਤੀ ਸੀ ਦਿੱਲੀ ਦੇ ਵਿੱਚ, ਖਾਸ ਤੌਰ ਤੇ ਇਹ ਜਿਹੜੀ ਨਾਰਥ ਵੈਸਟ ਦੇ ਵਿੱਚ ਹੋਈ ਆ, ਇਸ ਗੱਲ ਨੂੰ ਲੈ ਕੇ ਬਹੁਤ ਸਾਰੇ ਲੋਕ ਇੰਜਰਡ ਵੀ ਹੋਏ ਆ। ਮੈਨੂੰ ਇਹ ਵੀ ਯਾਦ ਆਉਂਦਾ ਕਿ ਸਨ 2020 ਦੇ ਵਿੱਚ 23 ਫਰਵਰੀ ਯਾਦ ਕਰੋ, ਜਦੋਂ ਡੋਨਲਡ ਟਰੰਪ ਭਾਰਤ ਦੇ ਦੌਰੇ ਤੇ ਸੀ, 3 ਦਿਨ ਉਦੋਂ ਵੀ ਹਿੰਸਾ ਹੋਈ ਸੀ, ਉਦੋਂ ਨਾਰਥ ਈਸਟ ਦੇ ਵਿੱਚ ਹੋਈ ਸੀ। ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਿਤੇ ਨਾ ਕਿਤੇ ਭਾਰਤ ਦੀ ਛਵੀ ਖਰਾਬ ਹੁੰਦੀ ਆ। ਹੁਣ ਇਹ ਜਿਹੜੇ ਸਾਰੇ ਲੀਡਰਸ ਆ, ਇਹਨਾਂ ਨੇ ਇਹ ਬਿਆਨ ਜ਼ਰੂਰ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਗੱਲ ਤੇ ਚੁੱਪੀ ਨਾ ਧਾਰਨ ਕਰਨ, ਉਹ ਜ਼ਰੂਰ ਬੋਲਣ, ਬਲਕਿ ਇਹ ਜਿਹੜੇ ਲੋਕ ਇਸ ਤਰ੍ਹਾਂ ਕਰਦੇ ਆ ਉਹਨਾਂ ਦੇ ਖਿਲਾਫ ਬਿਆਨ ਵੀ ਦੇਣ, ਜਾਂ ਘੱਟੋ ਘੱਟ ਉਹਨਾਂ ਨੂੰ ਤਾੜਨਾ ਕਰਨ, ਤਾਂ ਕਿ ਜਿਹੜਾ ਭਾਰਤ ਦਾ ਮਾਹੌਲ ਆ ਉਹ ਵਿਗੜੇ ਨਾ, ਖਰਾਬ ਨਾ ਹੋਵੇ। ਸਾਰੇ ਲੋਕ ਜਿਹੜੇ ਸਾਰੇ ਧਰਮਾਂ ਦੇ, ਜਾਤਾਂ ਦੇ, ਭਾਈਚਾਰਿਆਂ ਦੇ, ਉਹ ਰਲ ਮਿਲ ਕੇ ਰਹਿ ਸਕਣ। ਜੀ ਡੱਲਾ ਜੀ। ਬਿਲਕੁਲ ਬਿਲਕੁਲ, ਭਾਰਤ ਦੀ ਡੈਮੋਕ੍ਰੇਸੀ ਦੀ ਇਹੀ ਖੂਬਸੂਰਤੀ ਹੈ ਕਿ ਸਾਰੇ ਧਰਮ, ਸਾਰੇ ਭਾਈਚਾਰੇ ਨੇ ਜਿਹੜੇ ਇੱਥੇ ਖੁਸ਼ੀ ਰਹਿਣ। ਸੋ ਬਹੁਤ ਬਹੁਤ ਧੰਨਵਾਦ ਮਨਪ੍ਰੀਤ ਰੰਧਾਵਾ ਜੀ, ਬਹੁਤ ਹੀ ਅਹਿਮ ਐਨਾਲਿਸਿਸ ਅੱਜ ਤੁਸੀਂ ਕੀਤਾ, ਬਹੁਤ ਇੰਪੋਰਟੈਂਟ ਪੁਆਇੰਟ ਸੀ ਜਿਨ੍ਹਾਂ ਤੇ ਤੁਸੀਂ ਆਪਣਾ ਵੀ ਵਿਊ ਪੁਆਇੰਟ ਦਿੱਤਾ। ਔਰ ਮੈਨੂੰ ਲੱਗਦਾ ਹੈ ਕਿ ਇਸੇ ਤਰ੍ਹਾਂ ਤੁਸੀਂ, ਮੈਂ ਕਹੂੰਗਾ ਕਿ ਖਿੱਤੇ ਦੀ ਸੇਵਾ ਕਰਦੇ ਰਹੋਗੇ, ਕਿਉਂਕਿ ਪੱਤਰਕਾਰਤਾ ਇੱਕ ਬਹੁਤ ਵੱਡਾ ਮਿਸ਼ਨ ਹੈ ਤੁਹਾਡੇ ਲਈ। ਔਰ ਹਮੇਸ਼ਾ ਚੰਗਾ ਲੱਗਦਾ ਹੈ ਜਦੋਂ ਤੁਸੀਂ ਬਹੁਤ ਨਿਰਪੱਖਤਾ ਦੇ ਨਾਲ ਆਪਣੀ ਗੱਲ ਰੱਖਦੇ ਹੋ। ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ, ਕੱਲ ਫੇਰ ਮੁਲਾਕਾਤ ਹੋਏਗੀ। ਬਹੁਤ ਬਹੁਤ ਧੰਨਵਾਦ ਤੁਹਾਡਾ ਡੱਲਾ ਜੀ। ਬਹੁਤ ਧੰਨਵਾਦ।